ਸ਼੍ਰੀ ਅਕਾਲ ਜੀ। ਸਿਟੀ ਲਾਈਵ ਚੈਨਲ ਵੱਲੋਂ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਹਲਕਾ ਗਿੱਲ ਦੇ ਵਿੱਚ, ਜਿੱਥੋਂ ਦੇ ਮੌਜੂਦਾ ਐਮਐਲਏ ਸਰਦਾਰ ਕੁਲਦੀਪ ਸਿੰਘ ਵੈਦ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਕੁਲਦੀਪ ਸਿੰਘ ਵੈਦ ਦੀ ਨਿਗਰਾਨੀ ਹੇਠ ਹਲਕਾ ਗਿੱਲ ਦਾ ਪਿੰਡ ਲਲਤੋਂ ਖੁਰਦ ਦੇ ਵਿਕਾਸ ਕੰਮਾਂ ਦੇ ਸਬੰਧ ਦੇ ਵਿੱਚ। ਤੁਹਾਨੂੰ ਲੈ ਕੇ ਪਹੁੰਚੀਆਂ ਲਲਤੋਂ ਖੁਰਦ ਦੇ ਮੌਜੂਦਾ ਸਰਪੰਚ ਸਰਦਾਰ ਗੁਰਜਗਦੀਪ ਸਿੰਘ ਉਰਫ ਲਾਲੀ। ਆਓ ਆਪਾਂ ਗੱਲਬਾਤ ਕਰੀਏ ਸਰਦਾਰ ਗੁਰਜਗਦੀਪ ਸਿੰਘ ਜੀ ਦੇ ਨਾਲ, ਉਹਨਾਂ ਦੇ ਪਿੰਡ ਦੇ ਸੰਬੰਧ ਵਿੱਚ। ਸਭ ਤੋਂ ਪਹਿਲਾਂ ਤਾਂ ਗੁਰਜਗਦੀਪ ਜੀ, ਆਪਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ ਫਤਿਹ ਦੀ ਸਾਂਝ ਬੁਲਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਗੁਰਜਗਦੀਪ ਜੀ, ਆਪਾਂ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲਬਾਤ ਕਰੀਏ। ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਤੁਹਾਡੀ ਸਰਪੰਚੀ ਦੇ ਸੰਬੰਧ ਵਿੱਚ। ਦੇਖਿਆ ਜਾਵੇ ਤੁਹਾਡੀ ਉਮਰ ਦੇ ਨੌਜਵਾਨ ਨੇ ਜਿਹੜੇ, ਉਹਨਾਂ ਦੀ ਸਰਪੰਚੀ ਨੂੰ ਲੈ ਕੇ ਸੋਚ ਹੈ ਮੁੱਛ ਦਾ ਵੱਟ। ਪਰ ਜਦੋਂ ਤੁਹਾਡੇ ਪਿੰਡ ਵਾਲਿਆਂ ਨੇ ਤੁਹਾਨੂੰ ਇਹ ਮਾਣ ਬਖਸ਼ਿਆ ਤਾਂ ਉਸ ਦਿਨ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਔਰ ਤੁਹਾਡੇ ਪਰਿਵਾਰ ਨੇ? ਪਹਿਲਾਂ ਤਾਂ ਹੀ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਜਿਹੜਾ ਤੁਸੀਂ ਸਵਾਲ ਕੀਤਾ ਗਾ ਕਿ ਸਰਪੰਚੀ ਦਾ, ਵੈਸੇ ਤਾਂ ਇੱਕ ਨਿਸ਼ਕਾਮ ਸੇਵਾ ਗੀ ਜਿਸ ਨੂੰ ਅਸੀਂ ਸੇਵਾ ਸਮਝ ਕੇ ਕਰ ਰਹੇ ਹਾਂ, ਅਤੇ ਸਾਰੇ ਪਿੰਡ ਦੇ ਜਿੰਨੇ ਵੀ ਸਾਡੇ ਲੋਕ ਨੇ ਸਾਰੇ ਸਾਡੇ ਨਾਲ ਬੜੇ ਹੀ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਆ ਅਤੇ ਬੜੇ ਹੀ ਚੰਗੇ ਸਾਡੇ ਪਿੰਡ 'ਚ ਕੰਮ ਹੋ ਰਹੇ ਨੇ। ਸਾਰੇ ਹੀ ਸਾਡਾ ਸਹਿਯੋਗ ਦਿੰਦੇ ਆ, ਕੋਈ ਇੱਕ ਬੰਦਾ ਵੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਸਾਨੂੰ ਕੰਮ ਕਰਨ ਤੋਂ ਰੋਕਦਾ ਹੋਵੇ। ਨਹੀਂ, ਮੇਰਾ ਸਵਾਲ ਤੁਹਾਨੂੰ ਇਹ ਸੀ, ਜਿਸ ਦਿਨ ਤੁਹਾਨੂੰ ਤੁਹਾਡੇ ਪਿੰਡ ਵਾਲਿਆਂ ਨੇ ਮਾਣ ਬਖਸ਼ਿਆ ਤਾਂ ਤੁਸੀਂ ਕੀ ਮਹਿਸੂਸ ਕਰ ਰਹੇ ਸੀ? ਦੇਖੋ ਜੀ, ਮਹਿਸੂਸ ਤਾਂ ਇਹ ਕਰ ਰਹੇ ਹਾਂ ਕਿ ਜੋ ਅਸੀਂ ਐਜੂਕੇਟ ਹਾਂ, ਪੜ੍ਹ ਲਿਖ ਕੇ ਅਸੀਂ ਸਮਾਜ ਵਿੱਚ ਗਏ, ਬਾਹਰ ਜਾ ਕੇ ਕੁਛ ਗੱਲਾਂ ਸਿੱਖਣ ਨੂੰ ਮਿਲੀਆਂ। ਅਸੀਂ ਚਾਹਿਆ ਕਿ ਅਸੀਂ ਵੀ ਆਪਦੇ ਪਿੰਡ ਨੂੰ, ਹੋਰ ਪਿੰਡ ਜਿਵੇਂ ਬਹੁਤ ਸੋਹਣੇ ਸੋਹਣੇ ਪਿੰਡ ਬਣੇ ਆ, ਉੱਦਾਂ ਦਾ ਪਿੰਡ ਬਣਾਈਏ। ਅਤੇ ਜਿਹੜੀ ਇਹ ਚੀਜ਼ ਹੈ ਸੇਵਾ ਗੀ ਇੱਕ, ਜੇ ਇਹਨੂੰ ਕੋਈ ਕੁਛ, ਉਹ ਹਰ ਇੱਕ ਦੀ ਵੱਖਰੀ ਵੱਖਰੀ ਥਿੰਕਿੰਗ ਹੁੰਦੀ ਆ, ਪਰ ਆਪਾਂ ਤਾਂ ਇਸ ਕੰਮ ਦੇ ਵਿੱਚ ਸਿਰਫ ਸੇਵਾ ਕਰਨ ਲਈ ਆਏ ਹਾਂ ਕਿ ਸਾਡਾ ਸਾਰਾ ਪਰਿਵਾਰ ਆ, ਅਸੀਂ ਇਹਦੇ ਸੇਵਾਦਾਰ ਹਾਂ। ਸਰਦਾਰ ਗੁਰਜਗਦੀਪ ਜੀ ਨੇ ਆਪਣਾ ਸੁਪਨਾ ਦੱਸਿਆ ਕਿ ਉਹਨਾਂ ਦੀ ਸੋਚ ਇਹ ਹੈ ਕਿ ਅਸੀਂ ਆਪਣੇ ਪਿੰਡ ਨੂੰ ਸੋਹਣਾ ਬਣਾਈਏ, ਅਤੇ ਜਦੋਂ ਇੱਕ ਨੌਜਵਾਨ ਇਹ ਬੀੜਾ ਚੁੱਕ ਲੈਂਦਾ ਹੈ ਤੇ ਇਹ ਬੀੜੇ ਨੂੰ ਪੂਰਾ ਕਰਨ ਦੇ ਵਿੱਚ ਆਪਣੇ ਪਿੰਡ ਦੀ ਦਿੱਖ ਵਜੋਂ ਔਰ ਪਿੰਡ ਦੇ ਵਸਨੀਕਾਂ ਵਜੋਂ ਪਰਫੈਕਟ ਇੱਕ ਨੰਬਰ 'ਤੇ ਪਿੰਡ ਨੂੰ ਲੈ ਕੇ ਆਉਣ ਦੇ ਵਿੱਚ ਕੀ ਸਮੱਸਿਆਵਾਂ ਆਉਂਦੀਆਂ ਨੇ, ਉਸ ਸੰਬੰਧ ਦੇ ਵਿੱਚ ਵੀ ਆਪਾਂ ਅਗਲੇ ਸਵਾਲਾਂ ਵਿੱਚ ਗੁਰਜਗਦੀਪ ਜੀ ਦੇ ਨਾਲ ਗੱਲਬਾਤ ਕਰਾਂਗੇ। ਅਤੇ ਲਾਲੀ ਜੀ, ਹੁਣ ਇਹ ਚਾਨਣਾ ਪਾਓ, ਤੁਹਾਡੇ ਪਿੰਡ ਲਲਤੋਂ ਖੁਰਦ ਦੀਆਂ ਕੁੱਲ ਵੋਟਾਂ ਕਿੰਨੀਆਂ? ਸਾਡੇ ਜੀ 1400 ਦੇ ਕਰੀਬ ਵੋਟਾਂ ਨੇ ਟੋਟਲ ਜੀ, ਅਤੇ 1400 ਵੋਟਾਂ ਦੀ। ਔਰ ਇਸ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਆਬਾਦੀ ਦੀ, ਤਾਂ ਹੁਣ ਤੁਹਾਡੇ ਪਿੰਡ ਦੇ ਵਿੱਚ ਲੇਟੈਸਟ ਆਬਾਦੀ ਕਿੰਨੀ ਹੈ, ਇਹਦੀ ਜਾਣਕਾਰੀ ਹੈ? ਹਾਂਜੀ, ਸਾਡੇ ਪਿੰਡ ਵਿੱਚ ਜੀ 3200 ਆਬਾਦੀ ਆ ਟੋਟਲ। ਹੁਣ ਕਾਫੀ ਲੋਕ ਨਵੇਂ ਘਰ ਪੈ ਗਏ ਨੇ, ਕਲੋਨੀਆਂ ਬਣ ਗਈਆਂ ਨੇ, ਉਹਦੇ ਕਰਕੇ ਆਬਾਦੀ ਸਾਡੇ ਪਿੰਡ 3200 ਆਬਾਦੀ ਹੈਗੀ। ਔਰ ਤੁਹਾਡੇ ਪਿੰਡ ਦੀ ਜੇਕਰ ਆਪਾਂ ਪੰਚਾਇਤੀ ਜ਼ਮੀਨ ਦੀ ਗੱਲ ਕਰੀਏ ਤਾਂ ਕਿੰਨੀ ਪੰਚਾਇਤੀ ਜ਼ਮੀਨ ਹੈ ਔਰ ਉਸ ਤੋਂ ਆਮਦਨ ਕਿੰਨੀ ਹੈ? ਪੰਚਾਇਤੀ ਜ਼ਮੀਨ ਜੀ ਵੈਸੇ ਨਾ ਮਾਤਰ ਹੀ ਆ, ਅਤੇ ਬਿਲਕੁਲ ਹੀ 2 4 3 ਵਿਗੇ 4 ਵਿਗੇ ਜਗ੍ਹਾ, ਇੰਨੀ ਕੁ ਜਗ੍ਹਾ ਹੈਗੀ ਆ। ਪੰਚਾਇਤੀ ਜ਼ਮੀਨ ਦੀ ਆਮਦਨ ਨਹੀਂ ਹੈਗੀ ਸਾਨੂੰ। ਵੈਸੇ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਆ ਕੰਮ ਕਰਨ ਦੇ ਵਿੱਚ। ਸਾਡੇ NRI ਨੇ, ਉਹ ਸਾਡੀ ਬਹੁਤ ਹੈਲਪ ਕਰਦੇ ਆ, ਸਾਰੇ ਕੰਮ ਕਰਵਾਉਣ ਦੇ ਵਿੱਚ ਸਾਡੇ ਹਮੇਸ਼ਾ ਨਾਲ ਖੜ੍ਹਦੇ ਨੇ। ਤੁਸੀਂ ਆਪਣੇ ਪਿੰਡ ਦੇ NRI ਵੀਰਾਂ ਦੀ ਗੱਲ ਕਰੀਏ ਤੇ ਤੁਹਾਨੂੰ ਜਾਣਕਾਰੀ ਹੈ ਕਿ ਤੁਹਾਡੇ ਪਿੰਡ ਦੇ ਕਿੰਨੇ NRI ਵੀਰ ਨੇ ਜੋ ਪਿੰਡ ਦੇ ਵਿਕਾਸ ਕੰਮਾਂ ਨੂੰ, ਪੰਚਾਇਤ ਨੂੰ ਸਹਿਯੋਗ ਕਰਦੇ ਨੇ? ਦੇਖੋ ਜੀ, ਸਾਡਾ ਪਿੰਡ ਲੁਧਿਆਣੇ ਦੇ ਨੇੜੇ ਹੋਣ ਕਾਰਨ ਪਹਿਲੋਂ ਤਾਂ ਸਾਰੇ ਲੋਕ ਐਜੂਕੇਟਡ ਨੇ, ਨੌਕਰੀ ਪੇਸ਼ੇ ਵਾਲੇ ਵੀ ਸੀਗੇ ਬਹੁਤ ਜ਼ਿਆਦਾ, ਅਤੇ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਬਾਹਰ ਗਏ ਵਿਦੇਸ਼ਾਂ ਵਿੱਚ। ਅਤੇ ਜਿੰਨੇ ਵੀ ਲੋਕ ਵਿਦੇਸ਼ ਗਏ ਨੇ ਸਾਰੇ ਹਰ ਟਾਈਮ ਸਾਡੇ ਨਾਲ ਲਿੰਕ 'ਚ ਰਹਿੰਦੇ ਆ ਅਤੇ ਹਮੇਸ਼ਾ ਸਾਡੀ ਮਦਦ ਕਰਦੇ ਰਹਿੰਦੇ ਆ। ਲੋੜ ਪੈਣ 'ਤੇ ਉਹ ਸਾਨੂੰ ਕਹਿਣਾ ਨਹੀਂ ਪੈਂਦਾ ਉਹਨਾਂ ਨੂੰ। ਪਿੱਛੇ ਕਰੋਨਾ ਚੱਲਿਆ ਤਾਂ ਵੀ ਸਾਰਿਆਂ ਨੇ ਸਾਡੀ ਬਹੁਤ ਹੀ ਹੈਲਪ ਕੀਤੀ, ਅਤੇ ਸਾਰੇ ਬਹੁਤ ਮਦਦ ਕਰਦੇ ਆ, ਹਰ ਕੰਮ ਵਿੱਚ ਮਦਦ ਕਰਦੇ ਆ। ਉਹ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਪਿੰਡ ਨੂੰ ਜਿਵੇਂ ਹੋਰ ਸੋਹਣੇ ਪਿੰਡ ਬਣੇ ਉਵੇਂ ਬਣਾਈਏ, ਉਸੇ ਲਈ ਤੇ ਅਸੀਂ ਹੌਲੀ ਹੌਲੀ ਚੱਲ ਰਹੇ ਹਾਂ ਅੱਗੇ। ਸਾਰਿਆਂ ਦਾ ਸਾਨੂੰ ਸਾਥ ਮਿਲ ਰਿਹਾ। ਗੁਰਜਗਦੀਪ ਜੀ, ਜੇਕਰ ਆਪਾਂ ਗੱਲ ਕਰੀਏ ਤੁਹਾਡੀਆਂ ਸਾਬਕਾ ਪੰਚਾਇਤਾਂ ਦੀ, ਤੇ ਸਾਬਕਾ ਪੰਚਾਇਤ ਨੇ ਪਿਛਲੇ 5 ਸਾਲ ਦੇ ਵਿੱਚ ਜੋ ਗ੍ਰਾਂਟ ਲਈ, ਕੀ ਉਹਦੇ ਵਿੱਚੋਂ ਕੁਝ ਪੈਸਾ ਤੁਹਾਡੀ ਮੌਜੂਦਾ ਪੰਚਾਇਤ ਦੇ ਖਾਤੇ ਵਿੱਚ ਛੱਡਿਆ? ਹਾਂਜੀ, ਬਿਲਕੁਲ ਬਿਲਕੁਲ ਛੱਡਿਆ ਜੀ। ਕਿੰਨੀ ਰਕਮ? ਉਹ ਸੀਗੀ 5 ਤੋਂ 6 ਲੱਖ ਰੁਪਈਆ। ਤੇ ਤੁਸੀਂ ਉਹ ਜੋ ਰਕਮ ਉਹਨਾਂ ਨੇ ਛੱਡੀ ਸੀ ਤੁਹਾਡੇ ਖਾਤੇ ਵਿੱਚ 5 ਤੋਂ 6 ਲੱਖ ਰੁਪਇਆ, ਤੁਸੀਂ ਪਿੰਡ ਦੇ ਉਹ ਕਿਹੜੇ ਕੰਮ ਉੱਤੇ ਲਗਾਈ? ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਜੋ ਲੋੜੀਂਦੇ ਕੰਮ ਸੀਗੇ, ਜਿੱਦਾਂ ਕਿ ਸਾਡੇ ਗਰੀਬ ਪਰਿਵਾਰ ਨੇ,
ਉਹ ਰਸਤੇ ਉਹਨਾਂ ਦੇ 4-4 5-5 ਫੁੱਟ ਚੌੜੇ ਸੀਗੇ। ਬੜੇ ਹੀ ਟਾਈਮ ਤੋਂ ਨਾਲੀਆਂ ਦੇ ਬੜੇ ਬੁਰੇ ਹਾਲ ਸੀਗੇ। ਸਭ ਤੋਂ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਸੀਵਰੇਜ ਪਾ ਕੇ ਉਹ ਗਲੀਆਂ ਪੱਕੀਆਂ ਕੀਤੀਆਂ ਸੀ। ਤੁਸੀਂ ਜਾ ਕੇ ਆਪ ਦੇਖ ਸਕਦੇ ਹੋ, ਉਹਨਾਂ ਨੂੰ ਪੁੱਛ ਸਕਦੇ ਹੋ। ਬਿਲਕੁਲ ਹੁਣ ਮੱਛਰ ਮੱਖੀ ਤੋਂ ਰਹਿਤ ਹੋ ਗਏ ਨੇ, ਬਿਮਾਰੀ ਤੋਂ ਵੀ ਬਹੁਤ ਫਰਕ ਪੈ ਗਿਆ। ਅਤੇ ਸਭ ਤੋਂ ਪਹਿਲੋਂ ਕੰਮ ਹੀ ਉਹ ਕੀਤਾ ਸੀ, ਉਹ ਪੈਸੇ ਉੱਥੇ ਖਰਚ ਕੀਤੇ। ਤੇ ਗੁਰਜਗਦੀਪ ਜੀ, ਕਈ ਪਿੰਡਾਂ ਦੇ ਵਿੱਚ ਦੇਖਣ ਨੂੰ ਆਇਆ ਕਿ ਸਾਬਕਾ ਪੰਚਾਇਤ ਔਰ ਮੌਜੂਦਾ ਪੰਚਾਇਤ ਇਕੱਠੀਆਂ ਟੇਬਲ ਤੇ ਚਾਹ ਦਾ ਕੱਪ ਸਾਂਝਾ ਨਹੀਂ ਕਰਦੀਆਂ। ਤੁਹਾਡੇ ਪਿੰਡ ਦੇ ਵਿੱਚ ਸਾਬਕਾ ਪੰਚਾਇਤ ਦਾ ਔਰ ਮੌਜੂਦਾ ਪੰਚਾਇਤ ਦਾ ਆਪਸੀ ਭਾਈਚਾਰਾ ਕਿਸ ਤਰ੍ਹਾਂ ਆ? ਦੇਖੋ ਜੀ, ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਪਿਛਲੀ ਸਾਬਕਾ ਪੰਚਾਇਤ ਵੀ ਸਾਡੇ ਨਾਲ ਆ। ਉਸ ਤੋਂ ਪਹਿਲੋਂ ਵੀ ਜੋ ਪੰਚਾਇਤਾਂ ਬਣਦੀਆਂ ਰਹੀਆਂ ਨੇ, ਸਾਰੇ ਹੀ ਸਾਡੇ ਨਾਲ ਨੇ ਅਤੇ ਬਹੁਤ ਸਹਿਯੋਗ ਦੇ ਕੇ ਕੰਮ ਹੋ ਰਿਹਾ। ਸਾਡੇ ਸਾਰਾ ਹੀ ਸਾਥ ਦੇ ਰਹੇ ਨੇ। ਕੋਈ ਇੱਦਾਂ ਦੀ ਕੋਈ ਗੱਲ ਵੀ ਹੈ ਨਹੀਂ, ਕੋਈ ਇੱਕ ਵੀ ਬੰਦਾ ਇੱਦਾਂ ਦਾ ਨਹੀਂ ਹੈਗਾ ਜਿਹੜਾ ਸਾਡੇ ਕੰਮ ਵਿੱਚ ਕੋਈ ਰੋੜਾ ਅਟਕਾਉਂਦਾ ਹੋਵੇ। ਤਾਂ ਹੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਪਿੰਡ ਨੂੰ ਇੱਕ ਮਾਡਲ ਪਿੰਡ ਬਣਾ ਸਕੀਏ ਅਤੇ ਉਸ ਰਸਤੇ 'ਤੇ ਚੱਲ ਰਹੇ ਹਾਂ ਸਾਰਿਆਂ ਦੇ ਸਹਿਯੋਗ ਨਾਲ। ਤੇ ਜੇਕਰ ਆਪਾਂ ਸਾਬਕਾ ਪੰਚਾਇਤ ਦੇ ਪਿਛਲੇ 5 ਸਾਲਾਂ ਦੇ ਕੰਮਕਾਰ ਦੀ ਗੱਲ ਕਰੀਏ, ਜਦੋਂ ਤੁਸੀਂ ਇਹ ਕਾਰਜਭਾਰ ਸਾਂਭੇ, ਆਪਣੀ ਜ਼ਿੰਮੇਵਾਰੀ ਸਾਂਭੀ ਬਤੌਰ ਸਰਪੰਚ, ਤੇ ਪਿਛਲੀ ਸਾਬਕਾ ਪੰਚਾਇਤ ਨੇ ਜਿੱਥੇ ਪਿੰਡ ਦੇ ਕੰਮ ਛੱਡੇ ਸੀ, ਤੁਸੀਂ ਉੱਥੋਂ ਹੀ ਕੰਮ ਸ਼ੁਰੂ ਕੀਤੇ ਨੇ ਜਾਂ ਤੁਹਾਡੀ ਆਪਣੇ ਕੰਮ ਦੀ ਵੱਖਰੀ ਵਿਉਂਤਬੰਦੀ ਸੀ? ਅੱਗੇ ਇੱਦਾਂ ਸੀਗਾ ਜੀ, ਪੰਚਾਇਤਾਂ ਚਲੋ ਜੋ ਪਹਿਲੋਂ ਵੀ ਬਣੀਆਂ ਉਹਨਾਂ ਨੇ ਆਪਦੇ ਟਾਈਮ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਅਤੇ ਹੁਣ ਸਰਕਾਰ ਨੇ ਦੁਬਾਰਾ ਪਾਲਿਸੀ ਬਣਾਈ ਆ ਕਿ ਲਾਲ ਇੱਟ ਦੀ ਜਗ੍ਹਾ 'ਤੇ ਇੰਟਰਲੋਕ ਟਾਇਲਾਂ ਲੱਗਣ ਲੱਗ ਗਈਆਂ ਅਤੇ ਉਹ ਇੰਟਰਲੋਕ ਟਾਇਲਾਂ ਨਾਲ ਹੁਣ ਥੋੜ੍ਹੀ ਦਿੱਖ ਫਿਰ ਬਹੁਤ ਫਰਕ ਪੈ ਗਿਆ। ਫਿਰ ਉਹ ਵੀ ਅਸੀਂ ਉੱਥੇ ਯੂਜ਼ ਕੀਤੀ ਆ ਜਿੱਥੇ ਸਾਨੂੰ ਲੋੜ ਸੀਗੀ ਕਿ ਵਾਕਈ ਇੱਥੇ ਜ਼ਰੂਰਤ ਹੈਗੀ ਆ, ਉੱਥੇ ਅਸੀਂ ਉਹ ਕੰਮ ਕੀਤੇ। ਔਰ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਦਸੰਬਰ ਦੇ ਵਿੱਚ ਤੁਹਾਨੂੰ ਸਰਪੰਚ ਬਣਿਆ ਨੂੰ 3 ਸਾਲ ਹੋ ਜਾਣੇ ਆ। ਔਰ ਇਸ ਕਾਰਜਕਾਲ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਸੁਪਨਿਆਂ ਦੇ ਪਿੰਡ ਨੂੰ ਆਪਣੀ ਦਿੱਖ ਦੇਣ ਦੇ ਲਈ ਪਿੰਡ ਦੇ ਸਭ ਤੋਂ ਪਹਿਲਾਂ ਕਿਹੜਾ ਵਿਕਾਸ ਕੰਮ ਸ਼ੁਰੂ ਕੀਤਾ ਤੇ ਇਸ ਸਮੇਂ ਕਿਹੜੇ-ਕਿਹੜੇ ਕੰਮ ਨੇ ਜੋ ਚੱਲ ਰਹੇ ਨੇ? ਸਾਡੇ ਨਾ ਸਮੱਸਿਆ ਸੀਗੀ ਕਿ ਪਿੰਡ ਵਿੱਚ ਨਾ ਬਾਰਿਸ਼ ਪੈਂਦੀ ਸੀ ਤਾਂ ਗਲੀਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਜਾਂਦਾ ਸੀ ਬਾਰਿਸ਼ ਦਾ। ਉਹ ਅਸੀਂ 100 ਸਾਲ ਤੋਂ ਸਾਡੇ ਛੱਪੜ ਦੀ ਸਫਾਈ ਨਹੀਂ ਹੋਈ ਸੀ। ਅਸੀਂ ਉਹਦੀ ਸਫਾਈ ਕੀਤੀ ਆ ਅਤੇ ਉਸ ਤੋਂ ਬਾਅਦ ਬਾਰਿਸ਼ਾਂ ਹੀ ਪਈਆਂ ਇਸ ਮੰਥ ਦੇ ਵਿੱਚ ਹੁਣ ਪਿੱਛੇ, ਅਤੇ ਉਦੋਂ ਫਿਰ ਬਿਲਕੁਲ ਹੀ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਬਿਲਕੁਲ ਕਿਸੇ ਦੇ ਘਰ ਪਾਣੀ ਨਹੀਂ ਗਿਆ ਅਤੇ ਬੜੇ ਹੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਉਸ ਗੱਲ ਦਾ ਸਾਨੂੰ ਹੈਗਾ ਕਿ ਮਾਣ ਹੈਗਾ ਕਿ ਅਸੀਂ ਉਹ ਕੰਮ ਬੜੇ ਹੀ ਵਧੀਆ ਸੁਚੱਜੇ ਢੰਗ ਨਾਲ ਕੀਤਾ ਜੀ। ਜੇਕਰ ਆਪਾਂ ਪਿੰਡ ਲਲਤੋਂ ਖੁਰਦ ਦੀ ਆਵਾਜਾਈ ਦੀ ਗੱਲ ਕਰੀਏ ਤਾਂ ਨੋ ਡਾਊਟ ਮੁੱਲਾਪੁਰ ਤੋਂ ਆਉਂਦੇ ਹੋਏ ਜ਼ਿਆਦਾ ਵਸਨੀਕ ਜਿਹੜੇ ਨੇ ਆਲਮਗੀਰ ਵਾਲੀ ਸਾਈਡ ਨੂੰ ਜਾਂਦੇ, ਤੁਹਾਡੇ ਆਵਾਜਾਈ ਬਹੁਤ ਜ਼ਿਆਦਾ ਹੈ ਅਤੇ ਆਵਾਜਾਈ ਨੂੰ ਦੇਖਦੇ ਹੋਏ ਤੁਹਾਡੇ ਪਿੰਡ ਦੀ ਜੋ ਦਿੱਖ ਹੈ ਉਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਦਾਗ ਨਾ ਲੱਗੇ, ਉਸ ਸੰਬੰਧ ਦੇ ਵਿੱਚ ਤੁਸੀਂ ਕੀ ਪਲੈਨਿੰਗਾਂ ਕੀਤੀਆਂ ਹੋਈਆਂ ਸੀ ਅਤੇ ਕਿਸ ਤਰ੍ਹਾਂ ਇਸ ਆਵਾਜਾਈ ਨੂੰ ਤੁਸੀਂ ਕੰਟਰੋਲ ਕਰ ਰਹੇ ਹੋ? ਦੇਖੋ ਜੀ, ਜਿਹੜਾ ਤੁਸੀਂ ਦੱਸਿਆ ਇੱਕ ਪੱਖੋਵਾਲ ਰੋਡ ਆ ਲੁਧਿਆਣੇ ਦੇ ਨੇੜੇ, ਇੱਕ ਫਿਰੋਜ਼ਪੁਰ ਰੋਡ ਆ 6 ਕਿਲੋਮੀਟਰ ਦਾ ਟੋਟਾ, ਜਿਹਦੇ ਜਾਣੀ ਕਿ ਰਸਤੇ ਦੇ ਵਿੱਚ ਸਾਡਾ ਪਿੰਡ ਆਉਂਦਾ ਗਾ। ਅਤੇ ਜਿੰਨੇ ਵੀ ਲੋਕ ਜੋਧਾਂ ਮਨਸੂਰਾਂ ਜਾਂ ਇੱਧਰੋਂ ਲੁਧਿਆਣੇ ਨੂੰ ਆਉਂਦੇ ਨੇ ਜਾਂ ਮੁੱਲਾਂਪੁਰ ਸਾਈਡ ਤੋਂ ਆਲਮਗੀਰ ਸਾਹਿਬ ਵੱਲ ਨੂੰ ਜਾਂਦੇ ਨੇ ਅਤੇ ਉਹ ਸਾਰੇ ਇੱਥੋਂ ਦੀ ਹੋ ਕੇ ਨਿਕਲਦੇ ਨੇ। ਅਸੀਂ ਕੋਸ਼ਿਸ਼ ਕੀਤੀ ਆ ਜੀ ਕਿ ਜਿੱਦਾਂ ਹਰ ਇੱਕ ਮੋੜ ਦੇ ਉੱਤੇ ਗਲਾਸੇ ਲਾਏ ਨੇ ਕਿ ਲੋਕਾਂ ਨੂੰ ਸਹੂਲਤ ਦੇ ਲਈ ਰਾਤ ਨੂੰ ਲਾਈਟਾਂ ਲਾਈਆਂ ਨੇ, LED ਲਾਈਟਾਂ ਚੱਲਦੀਆਂ ਸਾਰੇ ਪਿੰਡ ਵਿੱਚ, ਅਤੇ ਸੜਕ ਉੱਪਰ ਵਾਈਟ ਪੱਟੀ ਲਾਈ ਹੈ ਜੇ ਧੁੰਦ ਦੇ ਵਿੱਚ ਕਿਸੇ ਨੂੰ ਪਤਾ ਲੱਗੇ। ਸੜਕ 'ਤੇ ਵੀ ਲਾਈਟਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਰਾਤ ਨੂੰ ਗੱਡੀਆਂ ਦੀਆਂ ਲਾਈਟਾਂ ਲੱਗਣ ਨਾਲ ਜਗਦੀਆਂ ਨੇ, ਅਤੇ ਪ੍ਰੋਪਰ ਇਸ ਚੀਜ਼ ਦਾ ਧਿਆਨ ਰੱਖਿਆ ਕਿ ਥੋੜ੍ਹੇ ਬਹੁਤੇ ਹੰਪ ਵੀ ਬਣਾਏ ਨੇ ਕਿ ਲੋਕ ਥੋੜ੍ਹਾ ਸਲੋਅ ਹੋ ਕੇ ਨਿਕਲਣ। ਗੁਰਜਗਦੀਪ ਜੀ, ਜਦੋਂ ਤੁਹਾਡੇ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਤੁਹਾਡੇ ਪਿੰਡ ਦੇ ਵਿੱਚ ਲੁੱਟ ਖੋਹ ਦੀ ਵਾਰਦਾਤ, ਨਸ਼ਾ ਵੇਚਣ ਦੀ ਵਾਰਦਾਤ ਕੋਈ ਵੀ ਸਾਹਮਣੇ ਨਹੀਂ ਆਈ, ਪਰ ਜਿਸ ਪ੍ਰਕਾਰ ਤੁਹਾਡੇ ਪਿੰਡ ਦੇ ਵਿੱਚ ਆਵਾਜਾਈ ਇੰਨੀ ਜ਼ਿਆਦਾ ਆ, ਤੁਸੀਂ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕਿਸ ਤਰ੍ਹਾਂ ਪਲੈਨਿੰਗ ਕੀਤੀ ਹੋਈ ਸੀ? ਕਿਉਂਕਿ ਇੱਕ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਇਹ ਜ਼ਿੰਮੇਵਾਰੀ ਉਸੇ ਦੇ ਮੋਢਿਆਂ ਦੇ ਉੱਤੇ ਆ ਜਾਂਦੀ ਹੈ ਕਿ ਪਿੰਡ ਦੇ ਵਿੱਚ ਇਹ ਵਾਰਦਾਤਾਂ ਨਾ ਹੋਣ। ਤੁਹਾਡੇ ਨਾਲ ਲੱਗਦੇ ਕਈ ਪਿੰਡ ਇਹੋ ਜਿਹੇ ਹੈਗੇ ਨੇ ਜਿੱਥੇ ਇਹ ਸਮੱਸਿਆ ਹੈ, ਉਹ ਪਿੰਡ ਦੇ ਸਰਪੰਚ ਵੀ ਆਪਣੇ ਪਿੰਡ ਦੀ ਜ਼ਿੰਮੇਵਾਰੀ ਇਸੇ ਪ੍ਰਕਾਰ ਨਿਭਾਉਣ, ਆਪਣੀ ਪਲੈਨਿੰਗ ਦੱਸੋ। ਦੇਖੋ ਜੀ, ਅਸੀਂ ਇੱਕ ਟੀਮ ਵਰਕ ਕਰਦੇ ਹਾਂ ਅਤੇ ਚਾਹੇ ਮੈਨੂੰ ਕੰਮ ਦੇ ਲਈ ਪੰਚਾਇਤ ਦੇ ਕੰਮਾਂ ਲਈ ਆਪਣੇ ਆਫਿਸ ਦਫ਼ਤਰ ਜਾਣਾ ਪੈਂਦਾ, ਸਾਨੂੰ MLA ਸਾਹਿਬ ਦੇ ਦਫ਼ਤਰ ਜਾਣਾ ਪੈਂਦਾ। ਸਾਡੀ ਪ੍ਰੋਪਰ ਟੀਮ ਆ, ਬਜ਼ੁਰਗ ਨੇ, ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਅਤੇ ਉਹ ਸਾਰੇ ਪਰਿਵਾਰ ਜਦੋਂ ਵੀ ਪਿੰਡ ਵਿੱਚ ਕੋਈ ਮੰਗਤਾ ਆਉਂਦਾ, ਕੋਈ ਹੋਰ ਜੋਗੀ ਆਉਂਦਾ ਕਿ ਉਹ ਸਾਡੇ ਨਾਲ ਸੰਪਰਕ ਕਰਦੇ ਆ, ਜਾਂ ਵੈਸੇ ਹੀ ਅਸੀਂ ਸਾਰਿਆਂ ਨੂੰ ਕਿਹਾ ਹੋਇਆ ਹੁਣ ਤਾਂ ਸਾਡੇ ਆਉਣਾ ਹੀ ਹਟ ਗਿਆ, ਕੋਈ ਵੀ ਨਹੀਂ ਆਉਂਦਾ ਹੈਗਾ। ਅਸੀਂ ਪਹਿਲੋਂ ਤੋਂ ਹੀ ਕੰਟਰੋਲ ਕਰਨਾ ਸ਼ੁਰੂ ਕੀਤਾ ਕਿ ਕੋਈ ਨਾ ਆਵੇ। ਜਿਹੜੀ ਤੁਸੀਂ ਇੱਕ ਗੱਲ ਪਹਿਲੋਂ ਕਹੀ ਸੀ ਵਿੱਚ ਰਹਿ ਗਈ ਕਿ ਆਵਾਜਾਈ ਸਾਡੀ ਪਹਿਲਾਂ ਤਾਂ ਸੜਕ ਬਹੁਤ ਚੌੜੀ ਅਸੀਂ ਬਣਵਾਈ ਹੁਣ ਪਿੱਛੇ ਜੇ, ਫਿਰ ਜਿੰਨੀ ਜਗ੍ਹਾ ਰੋਡ ਦੀ ਨਾਲ ਬਚਦੀ ਸੀ ਸਾਰੀ 'ਤੇ ਇੰਟਰਲੋਕ ਟਾਇਲ ਲਾਈ, ਨਾਲ ਕਰਬ ਲਾਇਆ,
ਕਿ ਉਹਦੀ ਦਿੱਖ ਨੂੰ ਸੋਹਣਾ ਬਣਾਵੇ ਤੇ ਰਸਤੇ ਖੁੱਲ੍ਹੇ ਕਰਤੇ। ਜਿਹੜੇ ਪੈਦਲ ਤੁਰ ਕੇ ਜਾਂਦੇ ਆ ਰੋਡ ਦੇ ਦੋਨੇ ਸਾਈਡ ਤੇ 4-4 ਫੁੱਟ ਜਗ੍ਹਾ ਉਹਨਾਂ ਲਈ ਖੋਲ੍ਹ ਦਿੱਤੀ ਹੈ, ਜਿੱਥੇ ਕਿ ਘਾਹ ਹੋ ਜਾਂਦਾ ਸੀਗਾ, ਮਿੱਟੀ ਪਈ ਰਹਿੰਦੀ ਸੀਗੀ। ਤੇ ਬਾਕੀ ਅਸੀਂ ਮਨਰੇਗਾ ਦੇ ਵਿੱਚ ਵੀ ਬਹੁਤ ਜਾਣੀ ਕਿ ਕੰਮ ਦਿੱਤਾ ਪਿੰਡ ਦੇ ਵਾਸੀਆਂ ਨੂੰ। ਤੇ ਬੜੇ ਹੀ ਸਾਡੀਆਂ ਪਿੰਡ ਦੀਆਂ ਮਾਈਆਂ ਜੋ ਮਨਰੇਗਾ ਵਿੱਚ ਕੰਮ ਕਰਦੀਆਂ ਨੇ, ਲੋਕ ਕੰਮ ਕਰਦੇ ਨੇ, ਬਹੁਤ ਖੁਸ਼ ਆ। ਅਸੀਂ ਕਦੇ ਵੀ ਉਹਨਾਂ ਦੀ ਛੁੱਟੀ ਨਹੀਂ ਕਰਦੇ, ਉਹਨਾਂ ਦਾ ਵੀ ਟੀਮ ਵਰਕ ਰੱਖਦੇ ਹਾਂ ਪੂਰਾ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਮਨਰੇਗਾ ਦੀ, ਤੇ ਇਸ ਸਮੇਂ ਮਨਰੇਗਾ ਵਰਕਰ ਜੋ ਹੈ ਤੁਹਾਡੇ ਪਿੰਡ ਦੇ ਵਿੱਚ ਮਨਰੇਗਾ ਦਾ ਕੰਮ ਚੱਲ ਰਿਹਾ ਹੈ? ਹਾਂਜੀ, ਸਾਡੇ ਪਿੰਡ ਮਨਰੇਗਾ ਦਾ ਕੰਮ ਚੱਲ ਰਿਹਾ। ਅਸੀਂ ਮਹਿਕਮੇ ਦੀ ਮਦਦ ਦੇ ਨਾਲ ਪਿੰਡ ਵਿੱਚ 10 ਤੋਂ 15 ਸ਼ੈੱਡ ਨੇ ਜੋ ਪਸ਼ੂਆਂ ਦੇ, ਉਹ ਬਣਵਾ ਰਹੇ ਹਾਂ। ਤੇ 28 ਤੋਂ 30 ਘਰ ਨੇ ਜੋ ਲੋੜੀਂਦੇ ਸੀਗੇ, ਉਹ ਸਾਡੇ ਮਨਰੇਗਾ ਵਿੱਚ ਪਾਸ ਹੋ ਗਏ ਨੇ। ਉਹਨਾਂ ਦੇ ਪੈਸੇ ਵੀ ਪੈਣ ਤੇ ਐਨ ਤਿਆਰ ਆ ਬਿਲਕੁਲ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਰਾ ਕੰਮ ਮਨਰੇਗਾ ਥਰੂ ਹੀ ਹੁੰਦਾ ਵਾ। ਬਾਕੀ ਦਰਖਤ ਲਾਏ ਸੀਗੇ ਹੈ ਨਾ ਜੀ, ਪੰਜਾਬ ਸਰਕਾਰ ਨੇ 550 ਬੂਟਾ ਇੱਕ ਵਾਰ ਦਿੱਤਾ, ਫਿਰ ਬੂਟੇ ਦਿੱਤੇ, ਉਹ ਸਾਰੇ ਪ੍ਰੋਪਰ ਵਧੀਆ, ਬੜੇ ਵਧੀਆ ਚੱਲੇ ਹੋਏ ਨੇ। ਜੇਕਰ ਆਪਾਂ ਗੱਲ ਕਰੀਏ ਪਿੰਡ ਦੇ ਭਵਿੱਖ ਦੀ, ਜਿਹੜੇ ਬੱਚੇ ਨੇ ਜੋ ਇਸ ਵਕਤ 10 ਸਾਲ ਦੀ ਉਮਰ ਤੱਕ ਨੇ, ਉਹ ਆਉਣ ਵਾਲਾ ਭਵਿੱਖ ਹੈ। ਉਹ ਨੌਜਵਾਨਾਂ ਦੀ ਜੇਕਰ ਗੱਲ ਕਰੀਏ, ਉਹ ਸਾਡਾ ਵਰਤਮਾਨ ਹੈ। ਤੁਹਾਡੇ ਪਿੰਡ ਦੇ ਭਵਿੱਖ ਔਰ ਵਰਤਮਾਨ ਦੀ ਖੇਡ ਪੱਖੋਂ ਕੀ ਹਾਲਾਤ ਨੇ? ਦੇਖੋ, ਪਹਿਲਾਂ ਤਾਂ ਜੀ ਸਾਰੇ ਸਮਾਜ ਦੇ ਹਾਲਾਤ ਵਿਗੜ ਗਏ ਨੇ, ਕਿਉਂਕਿ ਜਿਹੜੇ ਫੋਨ ਘਰ ਆ ਗਏ ਨੇ। ਹਰ ਬੱਚਿਆਂ ਕੋਲੇ ਪੜ੍ਹਾਈ 'ਚ ਵੀ ਹੁਣ ਕਰੋਨਾ ਕਾਰਨ ਉਹਨਾਂ ਨੂੰ ਫੋਨ ਯੂਜ਼ ਕਰਨਾ ਪੈ ਗਿਆ, ਜਿਹਦੇ ਕੋਲ ਨਹੀਂ ਸੀ ਉਹਨਾਂ ਨੂੰ ਵੀ ਮਿਲ ਗਏ। ਤੇ ਬੜੀ ਹੀ ਸਮਾਜ ਨੂੰ ਘਾਟ ਪਈ ਹੈ ਇਸ ਟੈਲੀਫੋਨ ਦੀ, ਜਿਹਦੇ ਨਾਲ ਲੋਕ ਆਪਣਾ ਜੀਵਨ ਖਰਾਬ ਹੋ ਰਿਹਾ। ਪਰ ਅਸੀਂ ਬੜੀ ਹੀ ਵਧੀਆ ਇੱਕ ਹਾਈਟੈਕ ਗਰਾਊਂਡ ਬਣਾਈ ਆ, ਜਿੱਥੇ ਅਸੀਂ ਬੱਚਿਆਂ ਨੂੰ ਹੁਣ ਕੋਚ ਵੀ ਰੱਖ ਕੇ ਦੇ ਰਹੇ ਹਾਂ ਕਿ ਉਹ ਉੱਥੇ ਜਾ ਕੇ ਖੇਲਣ। ਕਿਉਂਕਿ ਜੇ ਗਰਾਊਂਡ ਹੋਊਗੀ ਤਾਂ ਹੀ ਬੱਚੇ ਖੇਲਣ ਜਾਣਗੇ। ਤੁਸੀਂ ਜਾ ਕੇ ਗੇੜਾ ਮਾਰੋਗੇ ਜਦੋਂ ਪਿੰਡ ਦਾ, ਦੇਖਿਓ ਜਾ ਕੇ, ਬੜੀ ਹੀ ਵਧੀਆ ਗਰਾਸ ਲਾਈ ਆ, ਉੱਥੇ ਮਿੱਟੀ ਪਾਈ ਆ। 2-2 ਫੁੱਟ ਡੂੰਘੀ ਗਰਾਊਂਡ ਸੀ, ਪਾਣੀ ਖੜ ਜਾਂਦਾ ਸੀਗਾ। 700 ਟਰਾਲੀ ਦੇ ਤਕਰੀਬਨ ਮਿੱਟੀ ਪਾਈ ਆ ਅਸੀਂ ਉਹਦੇ ਵਿੱਚ। ਤੇ ਬੜੀ ਹੀ ਸੋਹਣੀ ਸ਼ਾਨਦਾਰ ਗਰਾਊਂਡ ਬਣਾਈ ਆ ਬੱਚਿਆਂ ਦੇ ਲਈ, ਤਾਂ ਜੋ ਜੇ ਚੀਜ਼ ਬਣੀ ਹੋਊਗੀ ਤਾਂ ਉੱਥੇ ਉਹ ਖੇਲਣਗੇ ਜ਼ਰੂਰ। ਤੁਹਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਬੱਚੇ ਹਨ ਜੋ ਨੈਸ਼ਨਲ ਲੈਵਲ ਤੇ ਜਾਂ ਫਿਰ ਸਟੇਟ ਲੈਵਲ ਤੇ ਖੇਡ ਕੇ ਆਏ ਹੋਣ? ਹਾਂਜੀ, ਅਸੀਂ ਸਾਡੇ ਮੇਰੇ ਪਿੰਡ 2 ਸਕੂਲ ਨੇ। ਇੱਕ ਮਿਡਲ ਸਕੂਲ ਹੈ, ਇੱਕ ਪ੍ਰਾਇਮਰੀ ਸਕੂਲ ਹੈ। ਜੋ ਮਿਡਲ ਸਕੂਲ ਦੇ ਸਾਡੇ ਹੈਗੇ ਡੀਪੀ ਸਰ ਨੇ, ਉਹ ਬੜੀ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਉੱਥੇ ਖਿਲਾਉਂਦੇ ਨੇ। ਤੇ ਬੱਚੇ ਹਮੇਸ਼ਾ ਸਾਡੇ ਸਕੂਲ ਪਿੰਡ ਦਾ ਨਾਮ ਰੌਸ਼ਨ ਕਰਦੇ ਆ ਜੀ ਖੇਡਾਂ ਦੇ ਵਿੱਚ ਜਾ ਕੇ। ਤੇ ਹੁਣ ਦੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ, ਜਿਸ ਪ੍ਰਕਾਰ ਪੰਜਾਬ ਪੁਲਿਸ ਦੀ ਭਰਤੀ ਦੀਆਂ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ, ਕੀ ਤੁਹਾਡੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੇ ਫਾਰਮ ਭਰੇ ਸੀ, ਔਰ ਕੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਵੀ ਇਹ ਨੌਕਰੀਆਂ ਮਿਲ ਜਾਣ? ਹਾਂਜੀ, ਮੇਰੇ ਪਿੰਡ ਦੇ ਵਿੱਚੋਂ 10 ਤੋਂ 12 ਬੱਚੇ ਸੀਗੇ, ਜਿਨ੍ਹਾਂ ਨੇ, ਵਿੱਚ ਲੜਕੀਆਂ ਵੀ ਸੀਗੀਆਂ 3 ਤੋਂ 4, ਤੇ ਜਿਨ੍ਹਾਂ ਨੇ ਇੱਥੇ ਅਪਲਾਈ ਕੀਤਾ ਸੀਗਾ। ਉਹਨਾਂ ਨੇ ਪੇਪਰ ਟੈਸਟ ਦਿੱਤਾ ਹੋਇਆ, ਉਹ ਪ੍ਰੋਪਰ ਟ੍ਰੇਨਿੰਗ ਲੈ ਰਹੇ ਨੇ। ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਹਾਂ ਵੀ ਉਹਨਾਂ ਨੂੰ ਇਸ ਵਿੱਚ ਕਾਮਯਾਬੀ ਮਿਲੇ। ਤੇ ਉਹਨਾਂ ਬੱਚਿਆਂ ਨੂੰ ਭਰਤੀ ਦੀ ਟ੍ਰੇਨਿੰਗ ਦੇ ਲਈ ਤੁਹਾਡੇ ਪਿੰਡ ਦੀ ਪੰਚਾਇਤ ਨੇ ਕੀ ਸੁਵਿਧਾ ਦਿੱਤੀ ਸੀ? ਪਿੰਡ ਵਿੱਚ ਹੀ ਜਾਂ ਉਹ ਬੱਚੇ ਕਿਤੇ ਬਾਹਰ ਜਾ ਰਹੇ ਸੀ? ਨਹੀਂ, ਐਕਚੁਅਲੀ ਸਾਡੇ ਪਿੰਡ ਦੀ ਜੋ ਗਰਾਊਂਡ ਆ ਉਹ ਪ੍ਰੋਪਰ 400 ਮੀਟਰ ਦਾ ਟਰੈਕ ਨਹੀਂ ਸੀ। ਫਿਰ ਨਾਲ ਬੱਦੋਵਾਲ ਪਿੰਡ ਆ ਸਾਡੇ, ਉੱਥੇ 400 ਮੀਟਰ ਦਾ ਟਰੈਕ ਹੈਗਾ। ਉੱਥੇ ਬੱਚੇ ਜਾ ਕੇ ਉਹ ਸਵੇਰੇ ਪ੍ਰੈਕਟਿਸ ਕਰਦੇ ਆ, ਸ਼ਾਮ ਨੂੰ ਸਾਡੇ ਪਿੰਡ ਗਰਾਊਂਡ ਵਿੱਚ ਕਰਦੇ ਆ, ਮਾਰਨਿੰਗ ਟਾਈਮ ਉੱਥੇ ਜਾ ਕੇ ਕਰਦੇ ਆ। ਹੁਣ ਤੁਹਾਡੇ ਨਾਲ ਗੁਰਜਗਦੀਪ ਜੀ ਗੱਲ ਕਰਦੇ ਹਾਂ ਆਪਾਂ ਸੈਂਟਰ ਸਰਕਾਰ ਦੀ ਔਰ ਪੰਜਾਬ ਸਰਕਾਰ ਦੀ। ਜੇਕਰ ਗੱਲ ਕੀਤੀ ਜਾਵੇ 14ਵੇਂ 15ਵੇਂ ਵਿੱਤ ਕਮਿਸ਼ਨ ਦੀ, ਤਾਂ ਇਹ ਚਾਨਣਾ ਪਾਓ ਕਿ ਤੁਹਾਡੇ ਪਿੰਡ ਨੂੰ ਤੁਹਾਡੇ ਕਾਰਜਕਾਲ ਦੌਰਾਨ 3 ਸਾਲ ਦੇ ਸਮੇਂ ਦੌਰਾਨ 14ਵੇਂ ਔਰ 15ਵੇਂ ਵਿੱਤ ਕਮਿਸ਼ਨ ਦੀ ਕਿੰਨੀ ਰਕਮ ਆਈ ਔਰ ਕਿਹੜੇ-ਕਿਹੜੇ ਕੰਮ ਲਈ ਆਈ? ਸਾਡੇ ਜੀ 45 ਤੋਂ 50 ਲੱਖ ਰੁਪਈਆ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੇ ਵਿੱਚ ਸਾਡੇ ਪਿੰਡ ਨੂੰ ਆਇਆ। ਤੇ ਜਿਹਦੇ ਨਾਲ ਅਸੀਂ ਕੋਸ਼ਿਸ਼ ਕੀਤੀ ਵੀ ਪਿੰਡ ਦੀਆਂ ਗਲੀਆਂ ਜਾਂ ਸੀਵਰੇਜ ਜਿੱਥੇ ਲੋੜ ਸੀਗੇ, ਉਹ ਸੀ ਕੰਮ ਨਿਪੜੇ ਚਾ ਰਹੇ ਆ। ਔਰ ਜੇਕਰ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ, ਤਾਂ ਪੰਜਾਬ ਸਰਕਾਰ ਨੇ ਤੁਹਾਡੇ ਪਿੰਡ ਦੇ ਵਿਕਾਸ ਕੰਮ ਲਈ ਕੀ ਗ੍ਰਾਂਟ ਦਿੱਤੀ? ਦੇਖੋ ਜੀ, ਪੰਜਾਬ ਸਰਕਾਰ ਨੇ ਮੇਰੇ ਪਿੰਡ ਨੂੰ 5 ਸੜਕਾਂ ਆਉਂਦੀਆਂ ਨੇ, ਪੰਜੇ ਦੀਆਂ 5 ਸੜਕਾਂ ਸਾਡੀਆਂ ਨਵੀਆਂ ਬਣਾਈਆਂ, ਜਿਨ੍ਹਾਂ ਤੇ 1 ਕਰੋੜ ਰੁਪਏ ਦੇ ਤਕਰੀਬਨ ਲਾਗਤ ਆਈ ਆ, ਜਿਹਦਾ ਪ੍ਰੋਪਰ ਸਾਡੇ ਕੋਲ ਡਾਟਾ ਵੀ ਹੈਗਾ, ਵੇਰਵਾ ਵੀ ਹੈਗਾ। ਤੇ ਉਹ ਪੰਜਾਬ ਸਰਕਾਰ ਨੇ ਦੇਖੋ 1 ਕਰੋੜ ਰੁਪਈਆ ਤਾਂ ਇਹ ਦਿੱਤਾ, ਬਾਕੀ ਹੋਰ ਵੀ ਸਾਨੂੰ ਗ੍ਰਾਂਟ ਦਿੱਤੀ ਆ, ਜਿਹਦੇ ਨਾਲ ਅਸੀਂ ਹੋਰ ਪਿੰਡ ਦੇ ਵਿੱਚ ਬਹੁਤ ਕੰਮ ਕੀਤੇ ਨੇ। ਤੇ ਜਿਹੜੇ ਤੁਸੀਂ 15ਵੇਂ 14ਵੇਂ ਵਿੱਤ ਦੀ ਗੱਲ ਕਰਦੇ ਹੋ, ਇਹ ਵੀ ਸਾਡਾ ਹੀ ਪੰਜਾਬ ਦਾ ਹੀ ਪੈਸਾ ਗਾ, ਜਿਹੜਾ ਅਸੀਂ ਸੈਂਟਰ ਸਰਕਾਰ ਨੂੰ ਫਸਲ ਦਿੰਦੇ ਹਾਂ, ਤੇਲ ਟੈਕਸ ਦਿੰਦੇ ਹਾਂ, ਹੋਰ ਹਰ ਇੱਕ ਚੀਜ਼ ਖਾਣ 'ਤੇ ਸਾਤੋਂ ਸੈਂਟਰ ਸਰਕਾਰ ਟੈਕਸ ਲੈਂਦੀ ਆ। ਉਹੀ ਪੈਸਾ ਸਾਨੂੰ ਵਾਪਸ ਆਇਆ ਵਾ, ਸਾਨੂੰ ਕੋਈ ਉਹਨਾਂ ਨੇ ਐਕਸਟਰਾ ਕੋਈ ਮਦਦ ਨਹੀਂ ਕੀਤੀ। ਹਾਂ, ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਸਰਕਾਰਾਂ ਨੇ ਪੈਸੇ ਦਿੱਤੇ। ਤੇ MLA ਸਾਹਿਬ ਦਾ ਧੰਨਵਾਦ ਕਰਦੇ ਹਾਂ, ਜਿਹੜੇ ਹਮੇਸ਼ਾ ਸਾਡਾ ਸਾਥ ਦਿੰਦੇ ਨੇ।
ਤੇ ਸਾਡੇ ਐਮਐਲਏ ਸਾਹਿਬ ਬੜੇ ਹੀ ਸਿਆਣੇ, ਐਮਐਲਏ ਕੁਲਦੀਪ ਸਿੰਘ ਵੈਦ ਜੀ ਬੜੇ ਹੀ ਸੂਝਵਾਨ ਨੇ, ਹਮੇਸ਼ਾ ਸਾਨੂੰ ਚੰਗੀ ਸਿੱਖਿਆ ਦਿੰਦੇ ਆ। ਕਦੇ ਵੀ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਕਿ ਕਿਸੇ ਨਾਲ ਲੜਾਈ ਝਗੜਾ ਕਰੋ ਜਾਂ ਪਰਚੇ ਕਰਾਓ, ਬਿਲਕੁਲ ਹੀ ਬੜੀ ਹੀ ਨਿਮਰਤਾ ਨਾਲ ਹਰ ਇੱਕ ਦਾ ਕੰਮ ਕਰਦੇ ਆ। ਤੁਹਾਡੇ ਕਾਰਜਕਾਲ ਨੂੰ ਦਸੰਬਰ ਵਿੱਚ 3 ਸਾਲ ਹੋ ਜਾਣੇ ਆ ਤੇ ਉਸ ਤੋਂ ਬਾਅਦ ਆਪਣਾ ਕਾਰਜਕਾਲ ਜਿਹੜਾ ਆ ਕਿਤੇ ਨਾ ਕਿਤੇ 2022 ਦੇ ਉੱਤੇ ਨਿਰਭਰ ਹੋ ਜਾਣਾ ਹੈ। ਮੰਨ ਲਓ 2022 ਦੇ ਵਿੱਚ ਸਰਕਾਰ ਬਦਲ ਜਾਵੇ, ਫਿਰ ਤੁਹਾਡੀ ਆਪਣੇ ਪਿੰਡ ਦੇ ਵਿਕਾਸ ਕੰਮਾਂ ਨੂੰ ਲੈ ਕੇ ਕੀ ਪਲੈਨਿੰਗ ਹੈ? ਕਿਸ ਤਰ੍ਹਾਂ ਕੰਮ ਲਵੋਗੇ ਸਰਕਾਰਾਂ ਤੋਂ? ਦੇਖੋ ਜੀ, ਸਰਕਾਰ ਚਾਹੇ ਕੋਈ ਵੀ ਹੋਵੇ, ਜੋ ਪਿੰਡ ਦੀ ਪੰਚਾਇਤ ਚੁਣੀ ਜਾਂਦੀ ਆ ਉਹ ਪਿੰਡ ਦੇ ਭਲਾਈ ਦੇ ਕੰਮਾਂ ਲਈ ਚੁਣੀ ਜਾਂਦੀ ਆ, ਨਾ ਕਿ ਕੋਈ ਨਿੱਜੀ ਆਪਣਾ ਸਵਾਰਥ ਲੈ ਕੇ ਅਸੀਂ ਕਿਸੇ ਇਸ ਕੰਮ ਵਿੱਚ ਆਏ ਹਾਂ। ਕੋਈ ਵੀ ਸਰਕਾਰ ਹੋਵੇ, ਕੁਝ ਵੀ ਹੋਵੇ, ਪਰ ਅਸੀਂ ਤਾਂ ਪਿੰਡ ਦੀ ਬਿਹਤਰੀ ਲਈ ਜੋ ਚੰਗਾ ਹੋਊਗਾ ਉਹੀ ਕੰਮ ਕਰਾਂਗੇ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਤੁਹਾਡੇ ਪਿੰਡ ਦੀਆਂ ਸੜਕਾਂ ਦੇ ਲਈ ਪੈਸਾ ਪੰਜਾਬ ਸਰਕਾਰ ਨੇ ਦਿੱਤਾ। ਹੁਣ ਇਹ ਚਾਨਣਾ ਪਾਓ, ਜਿਹੜੇ ਤੁਹਾਡੇ ਪਿੰਡ ਦੀਆਂ ਸੜਕਾਂ ਬਣੀਆਂ ਹੋਈਆਂ ਨੇ ਇਹ ਕਿਹੜੇ ਮਹਿਕਮੇ ਰਾਹੀਂ ਬਣੀਆਂ? ਇਹਦੇ ਵਿੱਚ ਹੀ ਸਾਡੇ 2 ਸੜਕਾਂ ਨੇ ਜਿਹੜੀਆਂ ਉਹ ਆਪਣਾ PWD ਤੋਂ ਬਣੀਆਂ ਨੇ, 3 ਸੜਕਾਂ ਮੰਡੀ ਬੋਰਡ ਤੋਂ ਬਣੀਆਂ ਨੇ। ਹੁਣ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਉਹ ਸਰਪੰਚ ਵੀਰਾਂ ਨੂੰ ਜੋ ਕਹਿੰਦੇ ਨੇ ਪੰਜਾਬ ਸਰਕਾਰ ਨੇ ਹਾਲੇ ਤੱਕ ਸਾਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਪਿੰਡ ਦੇ ਵਿਕਾਸ ਕੰਮ ਲਈ, ਉਹਨਾਂ ਨੂੰ ਜਰਾ ਵਿਸਥਾਰ ਨਾਲ ਸਮਝਾ ਦਿਓ ਕਿ ਪਿੰਡ ਦੇ ਵਿਕਾਸ ਕੰਮ ਜਿਹੜੇ ਨੇ PWD ਦੀਆਂ ਸੜਕਾਂ ਔਰ ਮੰਡੀ ਬੋਰਡ ਦੀਆਂ ਸੜਕਾਂ ਇਹ ਵੀ ਉਹਨਾਂ ਵਿੱਚ ਆਉਂਦੇ ਨੇ, ਔਰ ਪੰਜਾਬ ਸਰਕਾਰ ਨੇ ਆਪਾਂ ਨੂੰ ਕੀ ਕੀ ਸਹੂਲਤ ਦਿੱਤੀ ਹੈ? ਦੇਖੋ ਜੀ, ਇੱਦਾਂ ਗਾ ਕਿ ਚਲੋ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ, ਪਰ ਮੈਂ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਸਾਨੂੰ ਸਿੱਖਣ ਨੂੰ ਮਿਲਦਾ। ਸਾਰੇ ਅਦਾਰੇ ਨੇ, ਗੌਰਮੈਂਟ ਅਦਾਰੇ ਨੇ, ਪ੍ਰਾਈਵੇਟ ਨੇ, ਅਸੀਂ ਉਹਨਾਂ ਕੋਲ ਜਾਵਾਂਗੇ ਤਾਂ ਹੀ ਸਾਨੂੰ ਕੁਝ ਮਿਲੂਗਾ। ਜੇ ਅਸੀਂ ਕਹੀਏ ਕਿ ਅਸੀਂ ਸਰਪੰਚ ਬਣ ਕੇ ਘਰੇ ਬੈਠ ਜਾਈਏ, ਪਿੰਡ ਇੱਥੇ ਚੌਂਕਾਂ 'ਚ ਬੈਠੇ ਰਹੀਏ, ਹੈ ਨਾ ਜੀ, ਇੱਦਾਂ ਕੰਮ ਨਹੀਂ ਚੱਲਣੇ ਹੈਗੇ। ਮੈਂ ਆਪਣੇ ਸਾਡੇ ਪਿੰਡ ਦੇ ਬਜ਼ੁਰਗ ਸੀ ਸਿਆਣੇ, ਉਹਨਾਂ ਨਾਲ ਸਾਡੀ ਪੰਚਾਇਤ ਨਾਲ ਰਲ ਮਿਲ ਕੇ ਅਸੀਂ ਹਰ ਇੱਕ ਦਫ਼ਤਰ ਤੱਕ ਪਹੁੰਚ ਕੀਤੀ ਤੇ ਸਾਨੂੰ ਕਦੇ ਵੀ ਨਿਰਾਸ਼ਾ ਹੱਥ ਨਹੀਂ ਮਿਲੀ। ਜਿੱਥੇ ਵੀ ਗਏ ਹਾਂ ਹਮੇਸ਼ਾ ਸਾਨੂੰ ਜਾਣੀ ਕਿ ਹਰ ਇੱਕ ਜੋ ਕੰਮ ਵੀ ਕਰਨਾ ਚਾਹਿਆ ਉਹ ਹਮੇਸ਼ਾ ਸਾਡਾ 100/100 ਪੂਰਾ ਹੋਇਆ ਜੀ। ਗੁਰਜਗਦੀਪ ਜੀ, ਜਿਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਆਵਾਜਾਈ ਬਹੁਤ ਜ਼ਿਆਦਾ ਆ, ਇਸ ਆਵਾਜਾਈ ਨੂੰ ਦੇਖਦੇ ਹੋਏ ਤੁਸੀਂ ਆਪਣੇ ਪਿੰਡ ਦੀਆਂ ਜੋ ਸੜਕਾਂ ਵਰਤੋਂ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਕਿਸ ਪ੍ਰਕਾਰ ਮੇਨਟੇਨ ਰੱਖਿਆ ਹੋਇਆ? ਅਸੀਂ ਜੀ ਮਨਰੇਗਾ ਦੀ ਲੇਬਰ ਲਗਾਉਂਦੇ ਹਾਂ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਸੀ ਕਿ ਅਸੀਂ 4-4 ਫੁੱਟ ਦੋਨੇ ਸਾਈਡ 'ਤੇ ਜਿੰਨੀ ਵੀ ਜਗ੍ਹਾ ਸੀਗੀ ਮਿਲੀ ਸਾਨੂੰ, ਅਸੀਂ ਉੱਥੇ ਆਪਣੀ ਇੰਟਰਲੋਕ ਟਾਇਲ ਲਗਾਈਆਂ ਨੇ ਤੇ ਉਹਨਾਂ ਤੋਂ ਝਾੜੂ ਮਰਵਾ ਕੇ ਸਫਾਈ ਰੱਖਦੇ ਹਾਂ ਪ੍ਰੋਪਰ ਤਰੀਕੇ ਨਾਲ, ਕਿ ਤਾਂ ਜੋ ਜਿਹੜੇ ਤੁਰ ਕੇ ਜਾਣ ਵਾਲੇ ਜਾਂ ਸਾਈਕਲ ਵਾਲੇ ਰਾਹਗੀਰ ਆ ਤੇ ਉਹਨਾਂ ਨੂੰ ਸਾਈਡ 'ਤੇ ਰਸਤਾ ਮਿਲ ਜਾਵੇ। ਸਾਡੀ ਜਿਹੜੀ ਇਹ ਪਿੰਡ ਦੀ ਮੇਨ ਰੋਡ ਆ ਇਹ ਬਾਈਪਾਸ ਰੋਡ ਆ ਇੱਕ, ਤੇ ਅਸੀਂ ਰੋਕ ਤਾਂ ਕਿਸੇ ਨੂੰ ਨਹੀਂ ਸਕਦੇ ਇੱਥੋਂ ਲੰਘਣੋਂ, ਪਰ ਕੰਟਰੋਲ ਰੱਖਦੇ ਹਾਂ ਕਿ ਜੇ ਕੋਈ ਡੈਕ ਲਾ ਕੇ ਜਲਦੀ ਤੇਜ਼ ਲੰਘਦਾ ਜਾਂ ਕੋਈ ਗੱਡੀ ਭਜਾ ਕੇ ਲੰਘਦਾ, ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ। ਕਾਫੀ ਹੱਦ ਤੱਕ ਅਸੀਂ ਇਸ ਚੀਜ਼ 'ਚ ਜਾਣੀ ਕਾਮਯਾਬ ਹੋਏ ਹਾਂ ਕਿ ਇੱਦਾਂ ਦੀ ਕੋਈ ਦਿੱਕਤ ਨਹੀਂ, ਸਭ ਠੀਕ ਚੱਲ ਰਿਹਾ। ਗੁਰਜਗਦੀਪ ਜੀ, ਇਹ ਵੀ ਚਾਨਣਾ ਪਾਓ, ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਪਿਆ ਹੋਇਆ ਜਾਂ ਨਹੀਂ? ਦੇਖੋ ਜੀ, ਪਹਿਲੀ ਗੱਲ ਤਾਂ ਜੋ ਪਿੰਡ ਹੁੰਦੇ ਆ, ਕਿਉਂਕਿ ਕਾਫੀ ਹੱਦ ਤੱਕ ਪਸ਼ੂ ਰੱਖੇ ਜਾਂਦੇ ਆ ਲੋਕਾਂ ਦੇ ਘਰਾਂ ਪਿੰਡਾਂ ਵਿੱਚ, ਤੇ ਸੀਵਰੇਜ ਪਿੰਡਾਂ ਵਿੱਚ ਕਾਮਯਾਬ ਨਹੀਂ ਹੈਗਾ। ਅਸੀਂ ਸੀਵਰੇਜ ਪਾਇਆ ਜ਼ਰੂਰ ਆ, ਉੱਥੇ ਪਾਇਆ ਇੱਕ ਨਾਲੀ ਢੱਕੀ ਆ, ਸਿਰਫ ਪਾਈਪ ਪਾਏ ਨੇ ਅਸੀਂ, ਉਹਨੂੰ ਜਾਣੀ ਕਿ 2-3 ਫੁੱਟ ਡੂੰਘੇ ਨਹੀਂ ਪਾਏ, ਨਾਲੀ ਦੇ ਲੈਵਲ 'ਤੇ ਹੀ ਪਾਇਆ ਕਿ ਉਹਨਾਂ ਵਿੱਚ ਮਿੱਟੀ ਘੱਟਾ ਪੱਤੇ ਨਾ ਪੈਣ, ਕੋਈ ਲਿਫਾਫੇ ਨਾ ਪੈਣ, ਤੇ ਅਸੀਂ ਉਸ ਤਰ੍ਹਾਂ ਸੀਵਰੇਜ ਪਾਇਆ ਕਿ ਜਿੱਥੇ ਲੋੜ ਸੀਗੀ ਉੱਥੇ ਹੀ ਉਹਨੂੰ ਕਵਰ ਕੀਤਾ, ਜਾਂ ਰੋਡ ਦੇ ਆਲੇ ਦੁਆਲੇ ਜਿੱਥੇ ਲੋੜ ਸੀਗੀ ਉੱਥੇ ਉਹਨੂੰ ਕਵਰ ਕੀਤਾ। ਆਮ ਸਾਰੇ ਪਿੰਡ ਵਿੱਚ ਸੀਵਰੇਜ ਪਾਉਣ ਦੀ ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਪਿੰਡ ਦਾ ਦਾਇਰਾ ਕਾਫੀ ਵੱਡਾ ਹੁੰਦਾ। ਅੱਗੇ ਛੱਪੜਾਂ ਦੇ ਵਿੱਚ ਜਦੋਂ ਪਾਣੀ ਜਾਂਦਾ ਫਿਰ ਠੀਕ ਨਹੀਂ ਹੁੰਦਾ, ਥੋੜ੍ਹੀ ਦੇਰ ਨਾਲੀਆਂ ਦੇ ਵਿੱਚ ਖੜ ਕੇ ਅੱਗੇ ਨਿਕਲ ਜਾਂਦਾ। ਗੁਰਜਗਦੀਪ ਜੀ, ਜੇਕਰ ਦੇਖਿਆ ਜਾਵੇ ਤਾਂ ਇੰਟਰਲੋਕ ਟੈਲਾਂ ਦੇ ਨਾਲ ਜਿਹੜੀ ਪਿੰਡਾਂ ਦੀ ਗਲੀਆਂ ਦੀ ਦਿੱਖ ਹੈ ਉਹ ਬਹੁਤ ਹੀ ਵਧੀਆ ਹੋ ਗਈ ਹੈ। ਪਿੰਡ ਨੇ ਜਿਹੜੇ ਪੋਰਸ਼ ਕਲੋਨੀਆਂ ਵਰਗੇ ਨਜ਼ਰ ਆ ਰਹੇ ਨੇ, ਪਰ ਕਈ ਕਾਰਨ ਹੈ ਕਿ ਜਦੋਂ ਇੰਟਰਲੋਕ ਟਾਇਲ ਦਬ ਜਾਂਦੀ ਹੈ ਤਾਂ ਉਹ ਗਲੀ ਦੀ ਜਿਹੜੀ ਦਿੱਖ ਹੀ ਨਹੀਂ, ਗਲੀ ਦੇ ਹਾਲਾਤ ਹੀ ਬਹੁਤ ਮਾੜੇ ਹੋ ਜਾਂਦੇ ਨੇ, ਔਰ ਹੋ ਸਕਦਾ ਕਿ ਪੰਚਾਇਤ ਨੂੰ ਦੁਬਾਰਾ ਫਿਰ ਉਸ 'ਤੇ ਕੰਮ ਕਰਨਾ ਪੈਂਦਾ ਹੈ। ਇਹ ਕਿਉਂ ਹੁੰਦਾ, ਕੀ ਕਾਰਨ ਹੈ ਇਸ ਦਾ? ਦੇਖੋ ਜੀ, ਵੈਸੇ ਤਾਂ ਜਦੋਂ ਗਲੀਆਂ ਬਣਾਈਆਂ ਜਾਂਦੀਆਂ ਨੇ, ਕੋਈ ਵੀ ਪੰਚਾਇਤ ਬਣਾਉਂਦੀ ਹੈ, ਇਹ ਬੜੀ ਹੀ ਵਧੀਆ ਤਰੀਕੇ ਨਾਲ ਪ੍ਰੋਪਰ ਬੈੱਡ ਬਣਦਾ ਵਾ, ਮਹਿਕਮੇ ਵਾਲੇ ਆਉਂਦੇ ਆ, JE ਸਾਹਿਬ ਆਉਂਦੇ ਆ, ਸੈਕਟਰੀ ਸਾਹਿਬ ਆਉਂਦੇ ਆ, ਹਰ ਇੱਕ ਚੀਜ਼ ਚੈੱਕ ਕਰਕੇ ਬਣਾਈ ਜਾਂਦੀ ਆ। ਪਰ ਕਈ ਲੋਕ ਹੁੰਦੇ ਆ ਕਿ ਚਲੋ ਉਹ ਇਸ ਚੀਜ਼ ਤੋਂ ਅਵੇਅਰ ਨਹੀਂ ਹੁੰਦੇ ਜਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਜੋ ਛੱਤ ਦਾ ਉਹਨਾਂ ਦਾ ਪਾਣੀ ਹੁੰਦਾ ਪਨਾਲੇ ਦਾ, ਉਹ ਸਿੱਧਾ ਗਲੀ ਦੇ ਵਿੱਚ ਪੈਂਦਾ, ਕਿਉਂਕਿ ਇਹ ਇੱਟ ਲੱਗਦੀ ਆਪਣੀ ਰੇਤੇ ਦੇ ਨਾਲ, ਠੀਕ ਹੈ ਜੀ। ਉਹ ਕਿ ਜਿੱਥੋਂ ਪਾਣੀ ਉਹਦੇ ਉੱਪਰ ਗਿਰਦਾ ਤਾਂ ਫਿਰ ਤਾਂ ਉਹਨੇ ਖਰਾਬ ਹੋਣਾ ਹੀ ਆ, ਹੈ ਨਾ ਜੀ। ਤਾਂ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਦਾ ਵੀ ਧਿਆਨ ਰੱਖਿਆ ਹੋਇਆ ਪ੍ਰੋਪਰ। ਜੇ ਕੋਈ ਨਹੀਂ ਕਰਦਾ ਤਾਂ ਅਸੀਂ ਉਹਨਾਂ ਦੇ ਪਨਾਲੇ ਆਪ ਬੰਦ ਕਰਵਾਏ ਹੋਏ ਨੇ। ਸਾਡੇ ਪਿੰਡ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਛੋਟੀ ਤੋਂ ਛੋਟੀ ਚੀਜ਼ ਦਾ ਵੀ ਧਿਆਨ ਰੱਖਦੇ ਹਾਂ ਜੀ। ਗੁਰਜਗਦੀਪ ਜੀ, ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਗੈਸ ਪਾਈਪ ਲਾਈਨ ਵੀ
ਪਈ ਹੋਈ ਹੈ। ਇਹ ਜੋ ਲਾਈਨ ਗਈ ਤੁਹਾਡੇ ਪਿੰਡ ਦੇ ਵਿੱਚ ਸਿਰਫ ਡਾਇਰੈਕਟ ਸਿੱਧੀ ਹੈ ਜਾਂ ਪਿੰਡ ਦੇ ਅੰਦਰ ਵੀ ਘੁੰਮੀ ਹੋਈ ਹੈ? ਨਹੀਂ ਜੀ, ਉਹ ਗੈਸ ਪਾਈਪਲਾਈਨ ਤਾਂ ਮੇਨ ਰੋਡ ਤੋਂ ਦੀ ਨਿਕਲੀ ਆ, ਤੇ ਉਹ ਸਾਡੀ ਜਿਹੜੀ ਮੇਨ ਸੜਕ ਆ ਬਣਾਉਣ ਤੋਂ ਪਹਿਲਾਂ ਹੀ ਅਸੀਂ ਉਹਦਾ ਕੰਮ ਕਰਵਾਤਾ ਸੀਗਾ। ਸਾਨੂੰ ਨੌਲੇਜ 'ਚ ਆ ਗਈ ਸੀ ਗੱਲ। ਉਸ ਤੋਂ ਬਾਅਦ ਰੋਡ ਬਣ ਗਈ ਆ, ਉਹ ਠੀਕ ਆ ਸਾਡੇ, ਯਾਨੀ ਕਿ ਪਿੰਡ ਦੇ ਬਾਹਰ ਦੀ ਨਿਕਲੀ ਹੋਈ ਆ ਫਿਲਹਾਲ ਤਾਂ। ਔਰ ਹੁਣ ਇੱਕ ਚਾਨਣਾ ਹੋਰ ਪਾ ਦਿਓ, ਤੁਹਾਡੇ ਕਾਰਜਕਾਲ ਦੇ ਦੌਰਾਨ ਤੁਹਾਡੇ ਪਿੰਡ ਦੀਆਂ ਕਿੰਨੀਆਂ ਗਲੀਆਂ ਬਣੀਆਂ ਔਰ ਹਲੇ ਕਿੰਨੀਆਂ ਪੈਂਡਿੰਗ ਹੈ? ਸਾਡੇ ਜੀ 13 ਤੋਂ 14 ਰਸਤੇ ਗਲੀਆਂ ਸੀਗੀਆਂ ਜੋ ਇੰਟਰਲੋਕ ਟੈਲਾਂ ਦੀਆਂ ਬਣ ਗਈਆਂ ਨੇ, ਤੇ 2 ਤੋਂ 4 ਹੋਰ ਰਹਿੰਦੀਆਂ ਹੋਣਗੀਆਂ, ਤੇ ਉਹ ਵੀ ਅਸੀਂ ਕੰਮ ਕਰ ਰਹੇ ਹਾਂ। ਹਲਕਾ ਗਿੱਲ ਦੀ ਜੇਕਰ ਗੱਲ ਕਰੀਏ ਔਰ ਪਿੰਡ ਲਲਤੋਂ ਖੁਰਦ ਦੀ ਗੱਲ ਕਰੀਏ ਤਾਂ ਪਿੰਡ ਨੂੰ ਨੌਜਵਾਨ ਸਰਪੰਚ ਸੇਵਾ ਦੇ ਲਈ ਮਿਲੇ ਨੇ। ਪਰ ਜੇਕਰ ਆਪਾਂ ਪਿਛਲੀਆਂ ਪੰਚਾਇਤਾਂ ਦੀ ਗੱਲ ਕਰੀਏ ਤਾਂ ਜਿਸ ਹਿਸਾਬ ਨਾਲ ਤੁਹਾਡੇ ਪਿੰਡ ਦੇ ਹੁਣ ਕੰਮ ਚੱਲ ਰਹੇ ਨੇ, ਔਰ ਜੇਕਰ ਗੱਲ ਕਰੀਏ ਪਿੰਡ ਦੀਆਂ ਗਲੀਆਂ ਨਾਲੀਆਂ ਦੀ, ਤਾਂ ਕੀ ਕਾਰਨ ਹੈ ਕਿ ਪਿੰਡ ਦੇ ਵਿਕਾਸ ਕੰਮ ਗਲੀਆਂ ਨਾਲੀਆਂ ਤੋਂ ਸ਼ੁਰੂ ਹੁੰਦੇ ਨੇ ਤੇ ਗਲੀਆਂ ਨਾਲੀਆਂ ਤੇ ਹੀ ਖਤਮ ਹੁੰਦੇ ਨੇ? ਨਹੀਂ, ਇੱਦਾਂ ਨਹੀਂ ਕਿਹਾ ਜਾ ਸਕਦਾ। ਜੋ ਪਹਿਲੋਂ ਪੰਚਾਇਤਾਂ ਬਣੀਆਂ, ਜੋ ਉਹਨਾਂ ਨੂੰ ਮਟੀਰੀਅਲ ਜਿਸ ਤਰ੍ਹਾਂ ਦਾ ਮਿਲਦਾ ਸੀ, ਉਹਨਾਂ ਨੇ ਵੀ ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਨੇ। ਪਰ ਹੁਣ ਸਮੇਂ ਦੇ ਨਾਲ, ਸਮੇਂ ਦੀ ਲੋੜ ਦੇ ਮੁਤਾਬਕ ਜੋ ਮਟੀਰੀਅਲ ਆ ਹੁਣ ਥੋੜ੍ਹਾ ਚੇਂਜ ਹੋ ਕੇ ਆਉਣ ਲੱਗ ਗਿਆ, ਤੇ ਉਹਦੇ ਨਾਲ ਥੋੜ੍ਹੀ ਹੁਣ ਜਾਣੀ ਕਿ ਦਿੱਕਤ ਆ ਉਹ ਤਾਂ ਬਹੁਤ ਸੋਹਣੀ ਬਣ ਗਈ ਆ। ਪਹਿਲੋਂ ਵੀ ਕੰਮ ਤਾਂ ਵਧੀਆ ਹੋਏ ਸੀਗੇ। ਚਲੋ, ਹਰ ਇੱਕ ਇਨਸਾਨ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰਦਾ, ਸਾਰਿਆਂ ਨੇ ਚੰਗਾ ਹੀ ਕੀਤਾ। ਔਰ ਗੁਰਜਗਦੀਪ ਜੀ, ਜੇਕਰ ਦੇਖਿਆ ਜਾਵੇ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਹੈ, ਉਹ ਜਿਵੇਂ ਪਰਿਵਾਰ ਦੇ ਵਿੱਚ ਇੱਕ ਲਾਣੇਦਾਰ, ਇੱਕ ਮੁਖੀ ਹੁੰਦਾ ਹੈ, ਇਸੇ ਪ੍ਰਕਾਰ ਪਿੰਡ ਦਾ ਸਰਪੰਚ ਪਿੰਡ ਦਾ ਮੁਖੀ ਔਰ ਲਾਣੇਦਾਰ ਹੁੰਦਾ ਹੈ। ਹਰ ਘਰੇਲੂ ਫੈਸਲੇ ਜਿਹੜੇ ਹੁੰਦੇ ਨੇ, ਜਿੱਥੇ ਕਿਤੇ ਨਾ ਕੋਈ ਪ੍ਰੋਬਲਮ ਆਵੇ ਤਾਂ ਉਹ ਸਰਪੰਚ ਦੇ ਕੋਲ ਆ ਕੇ ਹੀ ਨੇਪਰੇ ਚੜ੍ਹਦੇ ਨੇ। ਤੁਹਾਡੇ ਕਾਰਜਕਾਲ ਦੇ ਦੌਰਾਨ ਤੁਹਾਡੇ ਪਿੰਡ ਲਲਤੋਂ ਖੁਰਦ ਦੀਆਂ ਧੀਆਂ ਔਰ ਨੂੰਹਾਂ, ਇਹਨਾਂ ਦੀ ਪਰਿਵਾਰਿਕ ਹਾਲਾਤ ਕਿਹੋ ਜਿਹੇ ਨੇ? ਨਹੀਂ, ਸਾਡੇ ਜੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਰਾਹਤ ਆ ਕਿ ਇੱਕ ਤਾਂ ਜਦੋਂ ਸਾਡੀ ਪੰਚਾਇਤ ਬਣੀ ਸੀਗੀ, ਥੋੜ੍ਹੇ ਬਹੁਤੇ ਕੇਸ ਸਾਡੇ ਸੀਗੇ ਕਿ ਜੋ ਨਸ਼ੇ ਨਾਲ ਰਿਲੇਟਡ ਸੀਗੇ, ਤੇ ਉਹਨਾਂ ਨੂੰ ਅਸੀਂ ਇੱਕ ਵਾਰ ਉਹਨਾਂ ਦੀ ਮੁੰਡਿਆਂ ਦੀ ਮਦਦ ਕੀਤੀ ਸੀ, ਉਹਨਾਂ ਨੂੰ ਛੁਡਵਾਇਆ ਥਾਣੇ ਵਿੱਚੋਂ, ਤੇ ਦੁਬਾਰਾ ਅਸੀਂ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿਤਾ ਕਿ ਅਸੀਂ ਤੁਹਾਡੀ ਮਦਦ ਨਹੀਂ ਕਰਨੀ, ਤੇ ਅਸੀਂ ਸਫਲ ਹੋਏ ਹਾਂ ਬਿਲਕੁਲ ਇਸ ਕੰਮ ਵਿੱਚ ਵੀ। ਦੁਬਾਰਾ ਸਾਡੇ ਪਿੰਡ ਵਿੱਚ ਕੋਈ ਵੀ ਇੱਦਾਂ ਦਾ ਨਸ਼ੇ ਦਾ ਦੁਬਾਰਾ ਕੋਈ ਅਨਸਰ ਪੈਦਾ ਵੀ ਨਹੀਂ ਹੋਇਆ। ਜੋ ਸ਼ਰਾਰਤ ਕਰਦੇ ਸੀ ਜਾਂ ਜਦ ਪਹਿਲੋਂ ਕੋਈ ਗਲਤੀ ਹੋ ਰਹੀ ਸੀ, ਉਹਨਾਂ ਤੋਂ ਉਹ ਸੰਭਲ ਗਏ ਨੇ, ਉਹ ਸਿਆਣੇ ਬਣ ਗਏ ਨੇ। ਹੁਣ ਇੱਦਾਂ ਦੀ ਸਾਡੇ ਪਿੰਡ ਵਿੱਚ ਕੋਈ ਗੱਲ ਨਹੀਂ। ਗੁਰਜਗਦੀਪ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਥਾਣੇ ਦੀ ਗੱਲ ਕੀਤੀ ਹੈ, ਤੇ ਹੁਣ ਇੱਕ ਚਾਨਣਾ ਹੋਰ ਪਾ ਦਿਓ, ਤੁਹਾਡੇ ਪਿੰਡ ਦੇ ਵਿੱਚ ਜੇਕਰ ਕੋਈ ਮਾਮਲਾ ਸਾਹਮਣੇ ਆਂਦਾ ਹੈ ਤਾਂ ਉਸ ਦਾ ਹੱਲ ਥਾਣੇ ਵਿੱਚ ਹੁੰਦਾ ਹੈ ਜਾਂ ਫਿਰ ਪੰਚਾਇਤ ਨੇਪਰੇ ਚੜ੍ਹਾਉਂਦੀ ਹੈ? ਇਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਵੀ ਪਿੰਡ ਦੇ ਜੋ ਸਾਰੇ ਵਸਨੀਕ ਨੇ ਬੜੇ ਹੀ ਪਿਆਰ ਨਾਲ ਪਿੰਡ ਵਿੱਚ ਰਹਿ ਰਹੇ ਨੇ। ਕੋਈ ਇੱਦਾਂ ਦੀ ਗੱਲ ਹੈ ਨਹੀਂ। ਜੇ ਕੋਈ ਥੋੜ੍ਹੀ ਬਹੁਤੀ ਗੱਲ ਹੁੰਦੀ ਵੀ ਆ, ਸਾਡੇ ਕਾਰਜਕਾਲ ਦੇ ਦੌਰਾਨ ਇੱਕ ਵੀ ਕੋਈ ਇੱਦਾਂ ਦਾ ਪਰਚਾ ਨਹੀਂ ਹੋਇਆ, ਕੋਈ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਜੋ ਵੀ ਪਿੰਡ ਵਿੱਚ ਕੋਈ ਥੋੜ੍ਹੀ ਬਹੁਤੀ ਸਮੱਸਿਆ ਆਉਂਦੀ ਆ, ਅਸੀਂ ਉਹਨੂੰ ਇੱਥੇ ਪਿੰਡ ਵਿੱਚ ਬੈਠ ਕੇ ਹੀ ਅਗਲੇ ਦੇ ਘਰੇ ਜਾ ਕੇ, ਮੈਂ ਆਪਣੇ ਘਰੇ ਵੀ ਨਹੀਂ ਬੁਲਾਉਂਦਾ ਸਮਾਂ 'ਚ, ਜੇ ਕਿਸੇ ਦੇ ਘਰੇ ਕੋਈ ਗੱਲ ਹੋ ਗਈ ਜਾਂ ਕਿਸੇ ਦਾ ਕੋਈ ਗਿਲਾ ਸ਼ਿਕਵਾ ਕਿਸੇ ਨਾਲ ਹੋ ਗਿਆ, ਅਗਲੇ ਦੇ ਘਰੇ ਜਾ ਕੇ ਅਸੀਂ ਉਸ ਦਾ ਹੱਲ ਕਰਦੇ ਹਾਂ। ਕਿ ਅਗਲੇ ਨੂੰ ਇਹ ਵੀ ਨਹੀਂ ਸੱਦਦੇ ਕਿ ਤੁਸੀਂ ਪੰਚਾਇਤ 'ਚ ਆਓ ਜਾਂ ਤੁਸੀਂ ਕਿਤੇ ਸਾਂਝੀ ਜਗ੍ਹਾ 'ਤੇ ਆ ਕੇ ਤੁਹਾਡੀ ਅਸੀਂ ਕਿਸੇ ਦਾ ਘਟਾ ਨਹੀਂ ਕਰਦੇ। ਅਤੇ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਵੈਸੇ ਸੰਬੰਧ ਬਹੁਤ ਚੰਗੇ ਨੇ, ਪਰ ਅਸੀਂ ਉਹਨਾਂ ਨੂੰ ਬਿਲਕੁਲ ਤਾੜ ਕੇ ਕਿਹਾ ਹੋਇਆ ਇਹ ਗੱਲ ਕਿ ਤੁਸੀਂ ਸਾਡੇ ਪਿੰਡ ਵਿੱਚ ਬਿਲਕੁਲ ਨਹੀਂ ਆਉਣਾ, ਸਾਡੇ ਬਿਨਾਂ ਪੁੱਛਿਓ ਕਿਸੇ ਨਾਲ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਰਦੇ, ਨਾ ਹੀ ਸਾਨੂੰ ਲੋੜ ਪੈਂਦੀ ਆ। ਅਤੇ ਪੁਲਿਸ ਪ੍ਰਸ਼ਾਸਨ ਸਾਡਾ ਬਹੁਤ ਸਾਥ ਦੇ ਰਿਹਾ ਹਰ ਕੰਮ ਦੇ ਵਿੱਚ। ਅਤੇ ਪਰ ਇੱਦਾਂ ਕਦੇ ਨਹੀਂ ਹੋਇਆ ਕਿ ਵੀ ਕਿਸੇ ਨੂੰ ਚੁੱਕ ਕੇ ਲੈ ਗਏ ਜਾਂ ਕਿਸੇ ਨੂੰ ਫੜ ਕੇ ਲੈ ਗਏ। ਇਸ ਗੱਲੋਂ ਅਸੀਂ ਬਹੁਤ ਸੰਤੁਸ਼ਟ ਹਾਂ ਕਿ ਸਾਰੇ ਲੋਕ ਸਾਡਾ ਪਿੰਡ ਸਾਡਾ ਬਹੁਤ ਚੰਗਾ, ਸਾਰੇ ਸਾਥ ਦੇ ਰਿਹਾ। ਗੁਰਜਗਦੀਪ ਸਿੰਘ ਜੀ, ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਹਾਡੇ ਪਿੰਡ ਦਾ ਕਿਹੜਾ ਕੰਮ ਬਹੁਤ ਜ਼ਰੂਰੀ ਹੈ ਜਿਸ ਦੇ ਲਈ ਤੁਹਾਨੂੰ ਗ੍ਰਾਂਟ ਹੋਰ ਚਾਹੀਦੀ ਹੈ, ਔਰ ਉਸ ਸਬੰਧ ਦੇ ਵਿੱਚ ਤੁਸੀਂ ਆਪਣੇ MLA ਸਰਦਾਰ ਕੁਲਦੀਪ ਸਿੰਘ ਵੈਦ ਜੀ ਨੂੰ ਇੱਕ ਸੁਨੇਹਾ ਦਿਓ? ਦੇਖੋ ਜੀ, ਸਾਡੇ ਪਿੰਡ ਵਿੱਚ ਬਹੁਤ ਸਾਰੇ ਕੰਮ ਹੋਏ ਨੇ। ਮੈਂ ਗਿਣਤੀ ਕਰਨ ਲੱਗ ਜਾਈਏ, ਜਾਣੀ ਕਿ ਗਿਣਤੀ ਨਹੀਂ ਕਰ ਸਕਦੇ ਵੀ ਇੰਨੇ ਜ਼ਿਆਦਾ ਕੰਮ, ਉਹ ਵੀ ਸਾਰੇ MLA ਸਾਹਿਬ ਦੇ ਸਹਿਯੋਗ ਨਾਲ ਹੀ ਹੋਇਆ, ਕਿਉਂਕਿ ਉਹਨਾਂ ਨੂੰ ਸਾਨੂੰ ਚੰਗੀ ਸਿੱਖਿਆ ਦਿੱਤੀ ਆ ਉਹਨਾਂ ਨੇ, ਅਤੇ ਬਹੁਤ ਹੀ ਸਾਡਾ ਸਾਥ ਦਿੱਤਾ ਵਾ। ਅਤੇ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਕੰਮ ਕਹਿਣ ਦੀ ਲੋੜ ਨਹੀਂ ਪੈਂਦੀ ਬਿਨਾਂ ਕਹੀ, ਕਿਉਂਕਿ ਹਲਕਾ ਸਾਡਾ ਬਹੁਤ ਵੱਡਾ ਵਾ। ਅਤੇ ਇਹਨਾਂ ਕੰਮਾਂ ਵਿੱਚ ਉਹਨਾਂ ਦੇ ਬੇਟੇ ਸਰਦਾਰ ਕਰਨਦੀਪ ਸਿੰਘ ਵੈਦ ਜੋ ਕੌਂਸਲਰ ਵੀ ਨੇ, ਉਹ ਵੀ ਸਾਡਾ ਸਾਥ ਦਿੰਦੇ ਨੇ। ਉਹ ਵੀ ਸਾਡੇ ਪਿੰਡ ਹਮੇਸ਼ਾ ਗੇੜਾ ਮਾਰਦੇ ਰਹਿੰਦੇ ਆ ਕਿ ਸਾਨੂੰ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਕਿ ਸਾਡਾ ਆਹ ਕੰਮ, ਉਹ ਆਪਣੇ ਆਪ ਹੀ ਜਦੋਂ ਆਉਂਦੇ ਆ ਦੇਖ ਲੈਂਦੇ ਆ ਅਤੇ ਬਿਨਾਂ ਕਹੀ ਸਾਨੂੰ ਗ੍ਰਾਂਟ ਦੇ ਜਾਂਦੇ ਆ। ਕੋਈ ਕਦੇ ਸਾਨੂੰ ਲੋਭ ਮੰਗਣਾ ਨਹੀਂ ਪਿਆ ਅੱਜ ਤੱਕ, ਬਿਲਕੁਲ ਇਮਾਨਦਾਰੀ ਨਾਲ ਕਹਿਣਾ ਕਿ ਕਦੇ ਉਹਨਾਂ ਤੋਂ ਪੈਸੇ ਮੰਗਣੇ ਨਹੀਂ ਪਏ, ਬਿਨਾਂ ਮੰਗੇ ਸਾਨੂੰ ਸਾਡੀ ਜੋ ਵੀ ਲੋੜ ਆ ਆਪਾਂ ਆਪਣੇ ਆਪ ਪੂਰੀ ਕਰਦੇ ਨੇ। ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇੱਕ ਸਾਨੂੰ ਇਹ ਕਹਿੰਦੇ ਆ ਕਿ ਉਹਨਾਂ ਨੇ ਸਾਨੂੰ ਸਿੱਖਿਆ ਬਹੁਤ ਚੰਗੀ ਦਿੱਤੀ ਆ, ਕਿ ਉਹਨਾਂ ਨੇ ਸਾਨੂੰ ਕਦੇ ਗਲਤ ਰਾਹ ਨਹੀਂ ਪਾਇਆ, ਹਮੇਸ਼ਾ
ਹਰ ਇੱਕ ਦਾ ਸਤਿਕਾਰ ਕਰਨ ਲਈ ਕਿਹਾ, ਹਰ ਇੱਕ ਨੂੰ ਨਾਲ ਲੈ ਕੇ ਚੱਲਣ ਲਈ ਕਿਹਾ। ਇਸ ਗੱਲ ਲਈ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ। ਪੈਸਿਆਂ ਦੀ ਗੱਲ ਤੁਸੀਂ ਕਰ ਰਹੇ ਹੋ, ਪੈਸੇ ਤਾਂ ਤੁਹਾਨੂੰ ਦੱਸਿਆ ਵੀ ਕਦੇ ਸਾਨੂੰ ਮੰਗਣਾ ਨਹੀਂ ਪਿਆ ਜਾ ਕੇ, ਬਿਲਕੁਲ ਇਮਾਨਦਾਰੀ ਨਾਲ ਕਹਿ ਰਿਹਾ ਕਿ ਕਦੇ ਉਹਨਾਂ ਤੋਂ ਪੈਸੇ ਨਹੀਂ ਮੰਗਣੇ ਪਏ ਜਾ ਕੇ। ਜੋ ਲੋੜ ਆ ਹਮੇਸ਼ਾ ਸਾਰੇ ਪਿੰਡਾਂ ਨੂੰ ਦੇ ਰਹੇ ਆ। ਜਿੰਨੇ ਵੀ ਹਲਕੇ ਦੇ ਪਿੰਡ ਨੇ ਜਾਂ ਸ਼ਹਿਰ ਦੀਆਂ ਕਲੋਨੀਆਂ ਨੇ, ਐਮਐਲਏ ਸਾਹਿਬ ਨੇ ਬਹੁਤ ਹੀ ਪੈਸੇ ਦਿੱਤੇ ਨੇ। ਤੇ ਪਰ ਕਿਤੇ ਨਾ ਕਿਤੇ ਖਾਮੀ ਰਹਿ ਜਾਂਦੀ ਆ ਜਦੋਂ ਪਿੰਡ ਦੇ ਲੋਕ ਸਹਿਯੋਗ ਨਹੀਂ ਦਿੰਦੇ ਪੰਚਾਇਤਾਂ ਨੂੰ। ਸਾਡੇ ਪਿੰਡ 'ਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਪਰ ਜਿੱਥੇ ਕਿਤੇ ਵੀ ਕੋਈ ਖਾਮੀ ਰਹੀ ਹੈ ਕਿਸੇ ਪਿੰਡ ਵਿੱਚ ਤਾਂ ਪਿੰਡ ਦੇ ਲੋਕਾਂ ਦੀ ਆਪਸੀ ਕੋਈ ਜ਼ਰੂਰ ਫੁੱਟ ਹੋ ਸਕਦੀ ਆ। ਪਰ ਐਮਐਲਏ ਸਾਹਿਬ ਨੇ ਕਦੇ ਕਿਸੇ ਨਾਲ ਨਹੀਂ ਇਦਾਂ ਦਾ ਕੋਈ ਵਿਤਕਰਾ ਕੀਤਾ। ਕੋਈ ਵੀ ਉਹਨਾਂ ਦੇ ਦਫ਼ਤਰ ਜਾਵੇ ਕਿ ਉਹ ਕਦੇ ਨਹੀਂ ਕਿਸੇ ਨੂੰ ਪੁੱਛਦੇ ਕਿ ਤੁਸੀਂ ਕਿਹੜੇ ਪਿੰਡ ਤੋਂ ਆਏ ਆ। ਜੋ ਜਾਇਜ਼ ਕੰਮ ਆ ਉਹ ਪਹਿਲ ਦੇ ਆਧਾਰ 'ਤੇ ਕਰਦੇ ਆ। ਇਸ ਲਈ ਅਸੀਂ ਬਹੁਤ ਸੰਤੁਸ਼ਟ ਹਾਂ ਕਿ ਸਾਡੇ ਗਿੱਲ ਹਲਕੇ ਨੂੰ ਐਮਐਲਏ ਕੁਲਦੀਪ ਸਿੰਘ ਵੈਦ ਵਰਗਾ ਇੰਨਾ ਪੜ੍ਹਿਆ ਲਿਖਿਆ ਸੂਝਵਾਨ ਐਮਐਲਏ ਮਿਲਿਆ। ਮੈਂ ਤਾਂ ਉਹਨਾਂ ਦੇ ਨਾਲ ਵੀ ਜਾਣਾ ਚੰਡੀਗੜ੍ਹ ਤੱਕ। ਉਹਨਾਂ ਦਾ ਕੋਈ ਵੀ ਕੰਮ ਹਲਕੇ ਦਾ ਹੁੰਦਾ ਉਹ ਦਫ਼ਤਰਾਂ ਦੇ ਵਿੱਚ ਖੁਦ ਜਾ ਕੇ ਕਰਵਾ ਕੇ ਆਉਂਦੇ ਆ। ਇੱਦਾਂ ਨਹੀਂ ਕਿ ਘਰੇ ਬੈਠ ਕੇ ਫੋਨ 'ਤੇ ਸਭ ਕਰਦੇ ਆ। ਨਹੀਂ, ਜੋ ਕੋਈ ਵੀ ਪਿੰਡਾਂ ਦੇ ਕੰਮ ਨੇ ਜਾਂ ਕਿਸੇ ਤਰ੍ਹਾਂ ਦੀ ਲੋੜ ਆ ਆਪ ਦਫ਼ਤਰਾਂ 'ਚ ਜਾਂਦੇ ਆ। ਚੰਡੀਗੜ੍ਹ ਮੈਨੂੰ ਲੱਗਦਾ ਇੰਨੀਆਂ ਪੌੜੀਆਂ ਚੜ੍ਹੀਆਂ ਹੋਣੀਆਂ ਐਮਐਲਏ ਸਾਹਿਬ ਨੇ ਪਿੰਡਾਂ ਦੇ ਕੰਮਾਂ ਲਈ, ਬਹੁਤ ਜ਼ਿਆਦਾ ਉਹਨਾਂ ਨੇ ਕੰਮ ਕਰਾਏ। ਇਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਗੁਰਜਗਦੀਪ ਜੀ, ਇੱਕ ਚਾਨਣਾ ਪਾਓ, ਜਦੋਂ ਸਾਡੀ ਸਿਟੀ ਲਾਈਵ ਦੀ ਟੀਮ ਤੁਹਾਡੇ ਪਿੰਡ ਐਂਟਰ ਹੋਈ ਤਾਂ ਸਾਨੂੰ ਤੁਹਾਡੇ ਪਿੰਡ ਵਿੱਚ ਇੱਕ ਵੱਖਰਾ ਕੁਝ ਵੇਖਣ ਨੂੰ ਮਿਲਿਆ। ਜੇਕਰ ਗੱਲ ਕਰੀਏ, ਤੁਹਾਡੇ ਪਿੰਡ ਦੇ ਵਿੱਚ 2 ਬੁੱਤ ਨੇ ਜੋ ਤੁਹਾਡੇ ਪਿੰਡ ਦੀ ਦਿੱਖ ਨੂੰ ਸ਼ੋਭਿਤ ਕਰ ਰਹੇ ਨੇ। ਜਿਹੜਾ ਚਾਨਣਾ ਪਾਓ ਕਿ ਉਹ ਬੁੱਤ ਕਿਹਨਾਂ ਦੇ ਨੇ ਔਰ ਕਿਉਂ ਬਣੇ ਨੇ। ਇੱਕ ਤਾਂ ਹੀ ਪਹਿਲਾਂ ਤਾਂ ਸਾਡੇ ਪਿੰਡ ਗਦਰ ਲਹਿਰ ਦੇ ਮੁਖੀ ਸੀਗੇ ਗਦਰੀ ਬਾਬਾ ਗੁਰਮੁਖ ਸਿੰਘ ਜੀ, ਮਹਾਨ ਦੇਸ਼ ਭਗਤ ਨੇ। ਤੇ ਸਭ ਤੋਂ ਪਹਿਲਾਂ ਤਾਂ ਜਦੋਂ ਲਲਤੋਂ ਕਲਾਂ ਵੱਲੋਂ ਐਂਟਰ ਕਰਦੇ ਆ ਉਹਨਾਂ ਦਾ ਬੁੱਤ ਲੱਗਿਆ ਹੋਇਆ, ਜਿਨ੍ਹਾਂ ਦੀ ਯਾਦ ਵਿੱਚ ਅਸੀਂ ਹਰ ਸਾਲ ਉਹਨਾਂ ਦੀ ਯਾਦ ਵੀ ਮਨਾਉਂਦੇ ਹਾਂ ਹਰ ਸਾਲ ਉਹਨਾਂ ਦੀ। ਤੇ ਉਹਨਾਂ ਦਾ ਜੋ ਪਰਿਵਾਰ ਆ ਪਿੱਛੇ ਉਹ ਵੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਸਹਿਯੋਗ ਦਿੰਦਾ। ਤੇ ਇੱਕ ਨੇ ਆਪਣੇ ਕੈਪਟਨ ਦਲਜੀਤ ਸਿੰਘ ਗਰੇਵਾਲ ਜੀ, ਉਹ ਓਲੰਪੀਅਨ ਨੇ। ਉਹ ਸਰਦਾਰ ਮਿਲਖਾ ਸਿੰਘ ਨਾਲ 800 ਮੀਟਰ ਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਲਿਆ ਸੀਗਾ। ਤੇ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਉਹਨਾਂ ਦਾ ਪਿੰਡ ਦੇ ਵਿੱਚ ਇੱਕ ਯਾਦ ਨੂੰ ਸਥਾਪਿਤ ਕੀਤਾ ਤਾਂ ਜੋ ਨੌਜਵਾਨਾਂ ਨੂੰ ਸੇਧ ਮਿਲ ਸਕੇ ਕਿ ਉਹ ਵੀ ਆਪਣੇ ਜੀਵਨ ਵਿੱਚ ਕੁਝ ਚੰਗਾ ਕਰਨ, ਤਾਂ ਹੀ ਲੋਕ ਉਹਨਾਂ ਨੂੰ ਯਾਦ ਕਰਨਗੇ। ਤੇ ਅਸੀਂ ਗਰੇਵਾਲ ਸਾਹਿਬ ਦਾ ਜੋ ਹੈਗਾ ਇੱਕ ਪਾਰਕ ਬਣਾਈ ਸੀ ਬੜੀ ਸੋਹਣੀ, ਤੇ ਉਹਦੇ ਵਿੱਚ ਉਹਨਾਂ ਦਾ ਜੋ ਬੁੱਤ ਉਹਨੂੰ ਸੁਸ਼ੋਭਿਤ ਕੀਤਾ। ਤੇ ਇਹਦੇ ਵਿੱਚ ਵੀ ਸਾਡੇ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਐਮਐਲਏ ਸਾਹਿਬ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਸਾਡੇ ਐਮਪੀ ਸਾਹਿਬ ਰਵਨੀਤ ਸਿੰਘ ਬਿੱਟੂ ਜੀ, ਚਾਹੇ ਉਹ ਦਿੱਲੀ ਬੈਠੇ ਨੇ ਧਰਨੇ 'ਤੇ ਜੰਤਰ ਮੰਤਰ 'ਤੇ, ਪਰ ਫਿਰ ਵੀ ਉਹ ਸਾਡਾ ਬਹੁਤ ਸਹਿਯੋਗ ਦਿੰਦੇ ਆ। ਸਾਡੇ ਕੰਮਾਂ ਵਿੱਚ ਸਾਨੂੰ ਉਹ ਵੀ ਸੇਧ ਦਿੰਦੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਜਿਸ ਪ੍ਰਕਾਰ ਸਰਦਾਰ ਕੁਲਦੀਪ ਸਿੰਘ ਵੈਦ ਜੀ ਔਰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਬਾਰੇ ਗੱਲ ਕੀਤੀ, ਤੁਹਾਡੇ ਪਿੰਡ ਲਲਤੋਂ ਖੁਰਦ ਦੇ ਨਾਲ ਲੱਗਦੇ ਕੁਝ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਕੁਲਦੀਪ ਸਿੰਘ ਵੈਦ ਨੇ ਤਾਂ ਕਦੇ ਪਿੰਡ ਵੱਲ ਚਿਹਰਾ ਕਰਕੇ ਤਾਂ ਕੀ ਆਣਾ, ਪਿੱਠ ਕਰਕੇ ਵੀ ਨਹੀਂ ਨਿਕਲੇ। ਨਹੀਂ ਜੀ, ਇੱਦਾਂ ਨਹੀਂ ਹੈਗਾ ਕਿ ਮੈਂ ਤਾਂ ਐਮਐਲਏ ਸਾਹਿਬ ਦੇ ਨਾਲ ਆਪ ਜਾਂਦਾ ਰਹਿੰਦਾ ਪਿੰਡਾਂ 'ਚ। ਅੱਜ ਵੀ ਉਹ ਕਿਲ੍ਹਾ ਰਾਏਪੁਰ ਦੇ ਪਿੰਡਾਂ ਵੱਲ ਗਏ ਹੋਏ ਨੇ। ਪਿੱਛੇ ਜੇ ਨਾ ਕਰੋਨਾ ਦੇ ਕਾਰਨ ਤੁਹਾਨੂੰ ਵੀ ਪਤਾ ਕਿ 4 ਮਹੀਨੇ ਤਾਂ ਆਪਾਂ ਘਰੋਂ ਨਹੀਂ ਨਿਕਲੇ, ਪਰ ਸਾਡੇ ਐਮਐਲਏ ਸਾਹਿਬ ਇੱਦਾਂ ਦੇ ਸ਼ਖਸ ਸੀਗੇ ਜਿਨ੍ਹਾਂ ਨੇ ਇੱਕ ਦਿਨ ਵੀ ਘਰੇ ਨਹੀਂ ਬੈਠੇ। ਸਾਰੇ ਪਿੰਡਾਂ ਨੂੰ ਉਹਨਾਂ ਨੇ ਰਾਸ਼ਨ ਪਹੁੰਚਾਇਆ, ਜੋ ਸਹੂਲਤਾਂ ਲੋੜੀਂਦੀਆਂ ਸੀਗੀਆਂ ਉਹਨਾਂ ਨੇ ਪਹੁੰਚਾਈਆਂ ਨੇ। ਹਾਂ, ਥੋੜ੍ਹਾ ਮਿਲਣ ਗਿਲਣ ਘਟਿਆ ਹੋਇਆ ਸੀ ਕਿਉਂਕਿ ਤੁਹਾਨੂੰ ਵੀ ਪਤਾ ਦੁਨੀਆ ਦੇ ਵਿੱਚ ਪਹਿਲੀ ਵਾਰ ਇੱਦਾਂ ਦੀ ਬਿਮਾਰੀ ਆਈ ਆ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਿੱਦਾਂ ਪਾਰਟੀਆਂ ਹੁੰਦੀਆਂ ਨੇ, ਕਾਂਗਰਸ ਹੋਈ, ਅਕਾਲੀ ਦਲ ਹੋਈ, ਆਮ ਆਦਮੀ ਪਾਰਟੀ ਹੋਈ ਜਾਂ ਕੋਈ ਹੋਰ ਹੋਈ, ਸਾਡੇ ਐਮਐਲਏ ਸਾਹਿਬ ਦੀ ਬੜੀ ਹੀ ਸਿਫਤ ਕਰਦੇ ਹਾਂ ਅਸੀਂ ਕਿ ਉਹਨਾਂ ਨੇ ਕਦੇ ਵੀ ਕਿਸੇ ਵੀ ਪਾਰਟੀ ਦੇ ਮੁਖੀ ਨੂੰ ਜਾਂ ਕਿਸੇ ਆਪਣੇ ਵਿਰੋਧੀ ਨੂੰ ਉਹਨਾਂ ਨੇ ਕਦੇ ਨਾਮ ਲੈ ਕੇ ਉਹਨਾਂ ਨੂੰ ਕਦੇ ਕੋਈ ਇੱਦਾਂ ਦੀ ਗੱਲ ਨਹੀਂ ਕਹੀ। ਹਮੇਸ਼ਾ ਆਪਣੇ ਕੰਮਾਂ ਨੂੰ ਹੀ ਤਰਜੀਹ ਦਿੱਤੀ ਆ। ਸਿਟੀ ਲਾਈਵ ਚੈਨਲ ਦੇ ਜ਼ਰੀਏ ਹਲਕਾ ਗਿਣਲ ਦੇ ਪਿੰਡ ਦੇ ਸਰਪੰਚ ਭਾਈਚਾਰੇ ਨੂੰ ਇੱਕ ਸੁਨੇਹਾ ਦੇਣਾ ਅਸੀਂ ਵੀ ਚਾਹਾਂਗੇ। ਜਦੋਂ ਗੱਲ ਆਉਂਦੀ ਹੈ ਐਮਐਲਏ ਦੀ, ਤਾਂ ਐਮਐਲਏ ਦੀ ਜਿਹੜੀਆਂ ਜ਼ਿੰਮੇਵਾਰੀਆਂ ਦਾ ਬੋਝ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਇੰਨਾ ਜ਼ਿਆਦਾ ਹੁੰਦਾ ਆ ਕਿ ਹੋ ਸਕਦਾ ਹੈ ਕਦੇ ਨਾ ਕਦੇ ਸਮੇਂ ਦੀ ਘਾਟ ਕਾਰਨ ਉਹ ਤੁਹਾਡੇ ਤੱਕ ਨਾ ਪਹੁੰਚ ਸਕਣ। ਪਰ ਜਦੋਂ ਕੋਈ ਪਿੰਡ ਦਾ ਸਰਪੰਚ ਬਣ ਜਾਂਦਾ ਹੈ ਤੇ ਜੇਕਰ ਉਸ ਦੇ ਤੱਕ ਐਮਐਲਏ, ਐਮਪੀ ਜਾਂ ਹਲਕਾ ਇੰਚਾਰਜ ਕੋਈ ਹੋਰ ਹੋਵੇ ਨਹੀਂ ਪਹੁੰਚ ਪਾਉਂਦੇ, ਤਾਂ ਸਰਪੰਚ ਵੀਰਾਂ ਨੂੰ ਚਾਹੀਦਾ ਕਿ ਉਹ ਆਪਣੇ ਐਮਐਲਏ ਤੱਕ ਖੁਦ ਚਲੇ ਜਾਣ, ਕਿਉਂਕਿ ਐਮਐਲਏ ਦੇ ਦਫ਼ਤਰ ਦੇ ਦਰਵਾਜ਼ੇ ਸਭ ਤੋਂ ਪਹਿਲਾਂ ਆਪਣੇ ਸਰਪੰਚ ਨੂੰ ਹੀ ਉਡੀਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਗੁਰਜਗਦੀਪ ਜੀ ਦੇ ਅੱਗੇ ਦੇ ਕੰਮਾਂ ਕਾਰਾਂ ਦਾ ਵੇਰਵਾ ਜਾਣਨ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।